ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे प्राणनाथ गोविंदे कृपा निधान जगत गुरु। हे संसार ताप हरणे करुणा में सब दुख हरो। हे शरण जोग दयाले दीनानाथ मया करो। शरीर सवस्तु क्षीण समय सिमरंतु नानक राम दामोदर माधवे। वाहिगुरु जी का खालसा वाहिगुरु जी की फतेह। धन गुरु गोबिंद सिंह जी महाराज की अगम्मी बाणी जाप साहब ਉਹਦੇ ਇੱਕ ਛੰਦ ਦੀਆਂ ਪੰਕਤੀਆਂ ਦੀ ਵਿਚਾਰ ਆਪ ਨੂੰ ਸਰਵਨ ਕਰਾਉਣ ਦਾ ਯਤਨ ਕਰ ਰਹੇ ਹਾਂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਜਿਹੜੇ ਤੁਹਾਡੇ ਵਿੱਚੋਂ ਜਾਪ ਸਾਹਿਬ ਪੜ੍ਹਦੇ ਹੋਣਗੇ ਇਹ ਪੰਕਤੀਆਂ ਜ਼ਰੂਰ ਬੋਧ ਹੋਣਗੀਆਂ। ਏਕ ਮੂਰਤ ਅਨੇਕ ਦਰਸ਼ਨ ਹੈ ਤੇ ਪਰਮਾਤਮਾ ਇੱਕੋ ਹੀ ਮੂਰਤੀ, ਪਰ ਦਰਸ਼ਨ ਉਸਦੇ ਅਨੇਕਾਂ ਰੂਪਾਂ 'ਚ ਨੇ। ਪਹਿਲੀ ਦਫਾ ਮੈਂ ਅਜੰਤਾ ਦੀ ਗੁਫਾਵਾਂ ਵਿੱਚ ਇੱਕ ਤਸਵੀਰ ਦੇਖੀ। ਵਿਦੇਸ਼ਾਂ 'ਚੋਂ ਫੌਰਨ ਬਹੁਤ ਸਾਰੇ ਆਏ ਹੋਏ ਸਨ। ਉਹ ਬੈਠ ਕੇ ਤਸਵੀਰ ਬਣਾ ਰਹੇ ਸਨ। ਉਸ ਤਸਵੀਰ ਨੂੰ ਦੇਖ ਕੇ ਉਹਦੇ 'ਚ ਕੁਝ ਲੜਕੀਆਂ ਵੀ ਸਨ, ਨੌਜਵਾਨ ਵੀ ਸਨ, ਬਜ਼ੁਰਗ ਵੀ ਸਨ। ਮੈਂ ਹੈਰਾਨ ਹੋਇਆ, ਇਹ ਫੌਰਨਰ ਇਤਨੇ ਪ੍ਰਭਾਵਿਤ ਨੇ ਇਸ ਤਸਵੀਰ ਤੋਂ, ਬੈਠੇ ਨੇ, ਬਣਾ ਰਹੇ ਨੇ, ਉਹਦੀ ਨਕਲ ਕਰ ਰਹੇ ਸਨ। ਗਾਈਡ ਤੋਂ ਮੈਂ ਸੁਭਾਵਕ ਪੁੱਛ ਲਿਆ, ਉਹ ਮੈਨੂੰ ਦਿਖਾ ਰਿਹਾ ਸੀ। ਮੈਂ ਕਿ ਇਸ ਤਸਵੀਰ ਦੇ 'ਚ ਐਸੀ ਕੀ ਗੱਲ ਹੈ? ਇੰਨੇ ਸਾਰੇ ਲੋਕ ਪ੍ਰਭਾਵਿਤ ਨੇ, ਕੋਈ ਜਰਮਨੀ ਤੋਂ ਆਇਆ ਹੈ, ਕੋਈ ਇੰਗਲੈਂਡ ਤੋਂ, ਕੋਈ ਅਮਰੀਕਾ ਤੋਂ। ਇਸ ਤਸਵੀਰ ਦੀਆਂ ਫੋਟੋਆਂ ਲੈ ਰਹੀਆਂ, ਬੈਠ ਕੇ ਫਿਰ ਤਸਵੀਰ ਖੁਦ ਬਣਾ ਰਹੇ ਨੇ। ਮੈਨੂੰ ਕਹਿਣ ਲੱਗੇ ਗਿਆਨੀ ਜੀ ਖਾਸ ਗੱਲ ਹੈ, ਇਹਨੂੰ ਸੱਜੇ ਪਾਸੇ ਦੇਖੋ, ਇਹ ਤਸਵੀਰ ਮੁਸਕਰਾਉਂਦੀ ਹੋਈ ਹੈ ਉਹੀ। ਇਹਨੂੰ ਖੱਬੇ ਪਾਸੇ ਦੇਖੋ, ਬੜੇ ਗੰਭੀਰ ਰੂਪ। ਇਹਨੂੰ ਸਾਹਮਣੇ ਦੇਖੋ, ਸਮਾਧੀ ਲੀਨ। ਤਸਵੀਰ ਇੱਕੋ ਹੀ ਹੈ। ਸੱਜੇ ਦੇਖੋ ਤੇ ਕੁਝ ਹੋਰ ਰੂਪ ਦਿਖਾਈ ਦਿੰਦਾ ਉਸੇ ਦਾ ਹੀ, ਖੱਬੇ ਦੇਖੋ ਤੇ ਕੁਝ ਹੋਰ ਦਿਖਾਈ ਦਿੰਦਾ, ਸਾਹਮਣੇ ਦੇਖੋ ਤੇ ਹੋਰ ਦਿਖਾਈ ਦਿੰਦਾ। ਬੋਧ ਬਿਕਸ਼ੂਆਂ ਨੇ ਇਹ ਤਸਵੀਰਾਂ ਬਣਾਈਆਂ ਸਨ। ਰੂਪ ਤੇ ਇੱਕ ਬਣਾਇਆ ਉਹਨਾਂ ਨੇ, ਲੇਕਿਨ ਦਰਸ਼ਨ ਅਨੇਕਾਂ ਹੋ ਰਹੇ ਨੇ। ਸੱਜੇ ਕੁਝ ਹੋਰ ਦਿਖਾਈ ਦਿੰਦਾ, ਖੱਬੇ ਕੁਝ ਹੋਰ ਦਿਖਾਈ ਦਿੰਦਾ, ਸਾਹਮਣੇ ਕੁਝ ਹੋਰ ਦਿਖਾਈ ਦਿੰਦਾ। ਦੀਵਾਰ ਦੇ ਉੱਤੇ ਚਿੱਤਰੀ ਹੋਈ ਇਹ ਤਸਵੀਰ, ਇਹ ਚਿੱਤਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ 'ਚ ਕਹਿੰਦੇ ਨੇ, ਏਕ ਮੂਰਤ ਹੈ ਤੇ ਇੱਕੋ ਹੀ ਮੂਰਤੀ। ਉਹ ਕੋਈ 2 3 4 ਮੂਰਤੀਆਂ ਨਹੀਂ ਹੈ, ਇੱਕੋ ਹੀ ਹੈ। ਏਕ ਮੂਰਤ ਅਨੇਕ ਦਰਸ਼ਨ, ਔਰ ਉਸ ਇੱਕ ਦੇ ਹੀ ਇੱਕੋ ਹੀ ਸਮੇਂ ਦਰਸ਼ਨ ਅਨੇਕਾਂ ਨੇ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਉਸ ਇੱਕ ਨੇ ਅਨੇਕਾਂ ਦਰਸ਼ਨ, ਅਨੇਕਾਂ ਰੂਪ ਬਣਾਏ ਹੋਏ ਨੇ। ਹੈ ਵਾਸਤਵਿਕ ਇੱਕ। ਕਦੀ ਗੌਰ ਨਾਲ ਦੇਖੋ, ਇੱਕ ਮਨੁੱਖ ਦੇ ਵੀ ਕਈ ਰੂਪ ਨੇ। ਤੁਸੀਂ ਆਖੋਗੇ ਕਿਸ ਤਰ੍ਹਾਂ? ਜਿਹੜਾ ਬੰਦਾ ਕਿਸੇ ਦਾ ਪਿਤਾ ਹੈ ਉਹ ਫਿਰ ਕਿਸੇ ਦਾ ਪੁੱਤਰ ਵੀ ਹੈ,
ਜਿਹੜਾ ਪੁੱਤਰ ਹੈ ਉਹ ਕਿਸੇ ਦਾ ਬਿਰਾ ਵੀ ਹੈ, ਜਿਹੜਾ ਬਿਰਾ ਹੈ ਉਹ ਕਿਸੇ ਦਾ ਪਤੀ ਵੀ ਹੈ, ਜਿਹੜਾ ਪਤੀ ਹੈ ਉਹ ਕਿਸੇ ਦਾ ਮਿੱਤਰ ਵੀ ਹੈ, ਤੇ ਜਿਹੜਾ ਮਿੱਤਰ ਹੈ ਉਹ ਕਿਸੇ ਦਾ ਸਿੱਖ ਵੀ ਹੈ। ਹੁਣ ਬੰਦਾ ਇੱਕ ਹੈ ਤੇ ਮੋਹਰਾਂ ਇਹਦੇ ਉੱਤੇ ਇਤਨੀਆਂ ਲੱਗੀਆਂ ਹੋਈਆਂ। ਇਹ ਪਿਓ ਵੀ ਹੈ, ਇਹ ਪੁੱਤਰ ਵੀ ਹੈ, ਇਹ ਮਿੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ। ਜਦ ਇਹ ਪਿਤਾ ਪੁੱਤਰ ਦੇ ਸਾਹਮਣੇ ਆਉਂਦਾ ਹੈ, ਯਕੀਨ ਜਾਣੋ ਇਹਦਾ ਚਿਹਰਾ ਕੁਝ ਹੋਰ ਹੁੰਦਾ। ਇਹ ਪਤਨੀ ਦੇ ਸਾਹਮਣੇ ਆਉਂਦਾ, ਇਹਦਾ ਰੂਪ ਕੁਝ ਹੋਰ ਹੁੰਦਾ। ਇਹ ਭਰਾ ਦੇ ਸਾਹਮਣੇ ਆਉਂਦਾ, ਇਹਦਾ ਚਿਹਰਾ ਕੁਝ ਹੋਰ ਹੁੰਦਾ। ਇਹ ਮਿੱਤਰ ਦੇ ਸਾਹਮਣੇ ਆਉਂਦਾ, ਇਹਦੀਆਂ ਅੱਖਾਂ ਤੇ ਚਿਹਰਾ ਕੁਝ ਹੋਰ ਹੁੰਦਾ। ਪਰ ਸਹੀ ਮਾਇਨੇ 'ਚ ਅਗਰ ਇਹ ਗੁਰੂ ਦੇ ਸਾਹਮਣੇ ਸਿੱਖ, ਇਹਦਾ ਚਿਹਰਾ ਕੁਝ ਹੋਰ ਆਉਂਦਾ। ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਰਹਿੰਦੀਆਂ। ਅੰਦਰ ਦੀ ਸੋਚਣੀ ਚਿਹਰੇ ਨੂੰ ਬਦਲਦੀ, ਬੜਾ ਪ੍ਰਭਾਵਿਤ ਕਰਦੀ ਹੈ। ਜੈਸੇ ਇਹੀ ਮਨੁੱਖ ਗੁਸਤਾਖੀ ਮਾਫ ਕਿਸੇ ਦਾ ਦੁਸ਼ਮਣ ਹੈ, ਤੇ ਹੁਣ ਦੁਸ਼ਮਣ ਦੇ ਸਾਹਮਣੇ ਇਹਦਾ ਚਿਹਰਾ ਕੁਝ ਹੋਰ ਹੈ, ਇਹ ਉਹ ਨਹੀਂ ਹੈ। ਇਹਦੀ ਅੱਖਾਂ ਵੀ ਕੁਝ ਹੋਰ ਨੇ, ਚਿਹਰੇ ਦੇ ਹਾਵ ਭਾਵ ਵੀ ਕੁਝ ਹੋਰ ਨੇ। ਅੰਦਰ ਦੀਆਂ ਭਾਵਨਾਵਾਂ ਚਿਹਰੇ ਨੂੰ ਬਦਲਦੀਆਂ ਨੇ, ਅੰਦਰ ਦੀਆਂ ਭਾਵਨਾਵਾਂ ਅੱਖਾਂ ਨੂੰ ਬਦਲਦੀਆਂ ਨੇ। ਇੱਕੋ ਹੀ ਮਨੁੱਖ ਹੈ, ਇਹਦੇ ਇਤਨੇ ਚਿਹਰੇ। ਅਗਰ ਕੋਈ ਬਾਰੀਕੀ ਨਾਲ ਚਿੱਤਰ ਬਣਾਉਣ ਵਾਲਾ ਹੋਵੇ, ਯਕੀਨ ਜਾਣੋ ਇੱਕ ਮਨੁੱਖ ਦੇ ਵੀ ਕਈ ਰੂਪ ਨੇ, ਕਈ ਰੂਪ। ਮਨ ਦੇ ਹਾਵ ਭਾਵ, ਮਨ ਦੇ ਵਿਚਾਰ, ਮਨ ਦੀ ਸੋਚਣੀ ਮੱਥੇ ਤੇ ਪ੍ਰਗਟ ਹੁੰਦੀ ਹੈ। ਜਦ ਕਦੀ ਕਿਸੇ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਏ ਅੰਦਰੋਂ, ਉਹ ਰਤਨ ਹੈ, ਮਹਾਨ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥੀਆ। ਹੁਣ ਮੱਥੇ ਸਿੰਧੀ ਦੇ 'ਚ ਕਹਿੰਦੇ ਨੇ ਸਾਹਮਣੇ, ਮੱਥੇ ਆਏ ਸਾਹਮਣੇ, ਤੇ ਮੱਥੇ ਮਸਤਕ। ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥੀਆ। ਇੱਥੇ ਮੱਥੇ ਤੋਂ ਮੁਰਾਦ ਸਾਹਮਣੇ ਨਹੀਂ ਲਵਾਂਗੇ। ਸਾਹਮਣੇ ਕਿੱਥੇ ਪ੍ਰਗਟ ਹੋਵੇਗਾ? ਮਸਤਕ ਤੇ ਪ੍ਰਗਟ ਹੋਵੇਗਾ। ਉਹ ਭਾਵਨਾਵਾਂ, ਉਹ ਹਾਵ ਭਾਵ ਚਿਹਰੇ ਤੇ ਪ੍ਰਗਟ ਹੁੰਦੇ। ਮਸਤਕ ਅਨੇਕਾਂ ਰੂਪ ਬਦਲਦਾ ਹੈ, ਅਨੇਕਾਂ ਰੂਪ। ਦਿਨ ਭਰ ਵੀ ਇਸ ਦੇ ਰੂਪ ਬਦਲਦੇ ਨੇ। ਵਿਚਾਰ ਜੈਸੇ ਚੱਲਦੇ ਰਹਿੰਦੇ ਨੇ, ਚਿਹਰਾ ਬਦਲਦਾ ਰਹਿੰਦਾ, ਬਦਲਦਾ ਰਹਿੰਦਾ। ਇੱਕੋ ਹੀ ਮਨੁੱਖ ਦੇ ਇਤਨੇ ਚਿਹਰੇ, ਇੱਕੋ ਹੀ ਮਨੁੱਖ ਦੇ ਇਤਨੇ ਦਰਸ਼ਨ। ਇਹ ਪਿਤਾ ਵੀ ਹੈ, ਇਹ ਪੁੱਤਰ ਵੀ ਹੈ, ਇਹ ਪਤੀ ਵੀ ਹੈ, ਇਹ ਭਰਾ ਵੀ ਹੈ, ਇਹ ਸਿੱਖ ਵੀ ਹੈ, ਹੋ ਸਕਦਾ ਕਿਸੇ ਦਾ ਦੁਸ਼ਮਣ ਵੀ ਹੈ। ਹੈ ਤੇ ਇੱਕੋ ਹੀ ਮਨੁੱਖ। ਮੈਂ ਅਰਜ਼ ਕਰਾਂ, ਇਸ ਇੱਕ ਮਨੁੱਖ ਦੇ ਇਤਨੇ ਚਿਹਰੇ ਨੇ। ਇਹ ਪਿਤਾ ਦੇ ਰੂਪ ਵਿੱਚ ਇਸ ਦਾ ਚਿਹਰਾ ਕੁਝ ਹੋਰ ਹੋਵੇਗਾ, ਭਰਾ ਦੇ ਰੂਪ ਵਿੱਚ ਇਸ ਦਾ ਚਿਹਰਾ ਕੁਝ ਹੋਰ ਹੋਵੇਗਾ, ਪੁੱਤਰ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਪਤੀ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਦੁਸ਼ਮਣ ਦੇ ਰੂਪ ਵਿੱਚ ਇਹਦਾ ਚਿਹਰਾ ਕੁਝ ਹੋਰ ਹੋਵੇਗਾ, ਔਰ ਸਿੱਖ ਦੇ ਰੂਪ ਵਿੱਚ ਇਹਦੀ ਸ਼ਕਲ ਸੂਰਤ ਕੁਝ ਹੋਰ ਹੋਵੇਗਾ। ਇਤਨੇ ਹੀ ਰੂਪ ਇਸਤਰੀ ਦੇ ਨੇ। ਜੇ ਇਹ ਮਾਂ ਹੈ ਤਾਂ ਫਿਰ ਕਿਸੇ ਦੀ ਧੀ ਵੀ ਹੈ, ਜੇ ਧੀ ਹੈ ਕਿਸੇ ਦੀ ਪਤਨੀ ਵੀ ਹੈ, ਇਹ ਪਤਨੀ ਹੈ ਤਾਂ ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਸਿੱਖਣੀ ਵੀ ਹੈ। ਕੋਈ ਇੱਕ ਰੂਪ ਹੈ। ਹੋ ਸਕਦਾ ਕਿਸੇ ਨਾਲ ਵੈਰ ਹੋਵੇ, ਕਿਸੇ ਦੀ ਦੁਸ਼ਮਣ ਵੀ ਹੈ। ਮੈਂ ਫਿਰ ਅਰਜ਼ ਕਰਾਂ, ਦੁਸ਼ਮਣੀ ਦੇ ਆਪਣੇ ਭਾਵ ਹੁੰਦੇ ਨੇ, ਮਿੱਤਰਤਾ ਦੇ ਆਪਣੇ ਹੁੰਦੇ ਨੇ, ਭਰਾ ਦੇ ਆਪਣੇ ਹੁੰਦੇ ਨੇ। ਅੰਦਰ ਦੇ ਇਹ ਭਾਵ ਚਿਹਰੇ ਨੂੰ ਬਦਲਦੇ ਰਹਿੰਦੇ ਨੇ, ਬਦਲਦੇ ਰਹਿੰਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਜਿਹੜਾ ਪ੍ਰਭੂ ਹੈ, ਖਿਨ ਮੇ ਅਵਰ ਖਿਨੇ ਮੇ ਅਵਰਾ। ਹੁਣ ਇੱਕ ਛਿਨ ਦੇ 'ਚ ਤੇ ਕੁਝ ਹੋਰ ਸੀ, ਹੁਣ ਦੂਜੇ ਛਿਨ ਦੇ 'ਚ ਕੁਝ ਹੋਰ। ਛਿਨ ਇੱਕ ਸੈਕਿੰਡ ਨੂੰ ਕਹਿੰਦੇ ਨੇ। ਖਿਨ ਮੇ ਅਵਰ ਖਿਨੇ ਮੇ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ,
ਊਚੋ ਅਗਮ ਅਪਾਰ। हे प्रभु तू खिन दे च कुछ होर दिखाई देंदा, खिन दे च कुछ होर दिखाई देंदा, अगम है। अगम उस तों कहंदे ने जिथे तक मन नहीं पहुँच सकता। अगोचर उसनों कहते हैं जिथे तक ज्ञान इंद्रे भी नहीं पहुँच सकते, अखां भी नहीं पहुँच सकती, कन भी नहीं पहुँच सकते, जबान भी नहीं पहुँच सकती, हथ भी नहीं पहुँच सकते। अगम जिथे तक मन भी नहीं पहुँच सकते, दी कल्पना भी नहीं पहुँच सकती। अगम अगोचर खिन में अवर, खिने में अवरा, अचरज चलत तुम्हारे, रूड़ो गूढ़ो गहर गंभीरो, पूछो अगम अपारे। साध संग जो तुम्हें मिलायो। इत्थे एक गल नोट कर लेनी, परिवार दे संबंध पूर्वले आउंदे ने। पूर्व जन्म के मिले संजोगी, अंते को ना सहाय। पुत्र दा संबंध, मित्र दा संबंध, भरा दा संबंध, माँ बाप दा संबंध, पत्नी दा संबंध, पति दा संबंध, ये सब पूर्वले ने। कुछ ना कुछ रिश्ता पिछे सी, अगों भी चलदा है। पूर्व जन्म के मिले संजोगी, अंते को ना सहाय। ये सारे संयोग जीवन दे ते होंदे ने, अंत दे च नहीं, खत्म हो जाते। अगों फिर नवे संजोग बनते हैं, अंत दे च कोई मददगार भी नहीं आता। साध संग जो तुम्हें मिलाए, गुरु दा संजोग, सतसंग दा संजोग, ये भी पूर्वला, ये भी पूर्वला। कुछ बीज बीजे सन, वो अज फली बहुत होए ने। पूर्वला जो मैं कल कीता है, वो भी पूर्वला है। जो मैं 1 महीने पहले कीता है, वो भी पूर्वला है। जो 1 साल पहले कीता है, वो भी पूर्वला है। जो 1 जन्म पहले कीता है, वो भी पूर्वला है। अज मैनू फल मिले है कुछ, पता नहीं ये कल दा बीजिया होया है कि साल पहले दा बीजिया होया है, कि 10 साल पहले दा बीजिया होया है, कि पिछले जन्म दा बीजिया है। फल अज मिले है। इस वास्ते मनुख निर्णय नहीं कर सकता ये कर्म कदों कीता सी, किस वक्त कीता सी, दूर क्यों जाओ। कबीर भी कहते ने, अपने कर्म की गत मैं क्या जानो, क्या जानो बाबा रे। ए प्रभु मैनू नहीं कुछ पता, अज जो मेरे कोल है ये केड़ा कर्म और मैं कदों कीता सी, मैनू नहीं कुछ पता। कारण बीज अज बोंदे हाँ, फल अज है कोई नहीं। गैप है, विचकार समय दा अंतराल है, विचकार समय दा बहुत बड़ा गैप है। कर्म ते फल विचकार बहुत बड़ा गैप है। इस गैप करके, इस अंतराल करके पता नहीं चलता किहड़े कर्म। कबीर जैसा संत भी कहंदे मैनू नहीं कुछ समझ, अपने कर्म की गत मैं क्या जानो, क्या जानो बाबा रे। हे प्रभु मैं की जाना, अज जो कुछ मेरे कोल है पता नहीं केड़ा बोया होया बीज फलीभूत होया। अज दा कीता सतसंग भी कोई पुरबले बीज दा फल है, ते अज दा बीजिया होया भी फलीभूत होवेगा। कदों फलीभूत होवेगा ये परमात्मा जाने। मैं कणक अज बीज रहा ते इतना मैनू पता है, हुण 5 महीने बाद मैनू फसल मिल जाए। मैं चने अज बीज रहा ते इतना मैनू पता है 4-5 महीने बाद मैनू ये चने अनंत गुणा हो के मिल जाणगे, प्राप्त हो जाणगे। मैं अंब दा बूटा ला रहा, अजकल नर्सरी च इस तरह के बूटे मिलते पे ने जो गारंटी देंदे ने 4 साल बाद फल देगा, 5 साल बाद देगा, 6 साल बाद देगा। इस तरह के पौधे मिलन लग पे। कलमी अंब
पर मैं कर्म अज कर रहा, जीवन की धरती च बीज अज बीज रहा, फल कदों होवेगा कुछ निश्चित नहीं, कुछ भी निश्चित कतई निश्चित नहीं है। मैं जमीन दे जो बीजे है कुछ ना कुछ निश्चित है। 5 साल बाद कणक वड्डांगा, 5 साल बाद मैनू 5 महीनों बाद कणक मिल जाएगी, 5 महीनों बाद चने मिल जाएंगे। निश्चित है, कुछ ना कुछ तो अंदाजा है। कर्म मैं अज कर रहा, हुणे फल ही बहुत कदों होवेगा, इहदा बोध कोई नहीं। कुछ निश्चित निर्धारित नहीं किया जा सकता। इस वास्ते धार्मिक कर्म करन लग्या बहुतियां दी मायूसी बनी रहिंदी। कणक बीजण लग्या मायूसी नहीं आउंदी, 5 महीने बाद वड्डांगे फसल मिलेगी। चौल बीजण लग्या मायूसी नहीं आउंदी। चने बीजण लग्या, मकई बीजण लग्या मायूसी नहीं आउंदी। 4-5 महीने बाद छलियां मिलणगियां मकई दियां। मैं अज वाहिगुरू वाहिगुरू जप रहा, मैं अज बाणी पढ़ रहा, फल चूंकि निश्चित कुछ नहीं है, समा निर्धारित कुछ नहीं है। इस वास्ते हर धार्मिक कर्म करदियां धार्मिक लोगों की मायूसी बनी रहिंदी। उत्थे वो उत्साह नहीं आउंदा जिहड़ा एक किसान कोल कणक बीजण लग्या हुंदा। उत्थे वो उमंग नहीं आउंदी जिथे एक जमीनदार कोल जदों मकई बीजदा है ते उमंग है। 5 महीने बाद 6 महीने बाद आपां मकई वड्डनी है, छलियां तोड़नियां। कुछ निश्चित नहीं। अज दा सतसंग कदों फलीभूत होवे, निश्चित कुछ नहीं। इत्थे इस तरह भी है, अज सतसंग कीता शायद अज ही फल, अज ही हुणे जमीन दे च अज बीज बीजे हुणे फल नहीं है। ਇਹਦਾ फल हुणे हो सकदा, हुणे। बाबा फरीद कहंदे भी ने, अगर अज मैनू नहीं मिल सकिया तो इहदे च मेरी ढिल है, कुछ मेरी कमजोरी है, परमात्मा की तरफों नहीं है। आज मिलावा शेख फरीद टाकम कूंजणियां मनो मचिंदणियां, ये वाशनावां जो मन नूं टिकण ही नहीं देंदियां। देखो ये जिहड़ा तन है ना, इनू भजन दौड़न वास्ते अस्थान चाहिए, स्पेस चाहिए, जगह चाहिए। ये देश दे च अस्थान दे च भरमण करदा है। काम कार करना है, खेडना है, मकान बनाना है, कारोबार विहार चलाना है, फैक्ट्री बनानी है, तो जगह तो चाहिए। तन नूं भजन दौड़न वास्ते अस्थान चाहिए। मन अस्थान दे च नहीं दौड़दा। अब सारे सियाणे मन किस दे च दौड़दा है? काल दे च दौड़दा है, समय च दौड़दा है, अस्थान दे च नहीं चाहिए। मन नूं अस्थान चाहिए ही नहीं। ये अस्थान दे च नहीं दौड़दा। गहराई नाल लैना इसनूं। मन समय दे च दौड़दा है, मन वकत दे च दौड़दा है, मन काल दे च दौड़दा है। चला जांदा है दौड़ के भविष्य दे च, आने वाले कल दे च। चला जांदा है दौड़ के गुजरे हुए कल दे च, भूत काल दे च। बस दौड़दा ही रहिंदा है, कदी भविष्य दे च, कदी भूत काल दे च। इहदी भज दौड़ बनी रहिंदी है। मन कर्म मैं हुण कर रहा, वाहिगुरू वाहिगुरू मैं हुण जप रहा, ते मन है किधरे भविष्य दे च, हुण है कोई नहीं। जिन्हें फल खाना है वो हुण कोई नहीं, प्रभु ते हुण फल ला रहा है, खाण वाला कोई नहीं। प्रभु ते मेरे बीजे हुए नूं हुण फलीभूत कर रहे हैं। पर जिन्हें ये रस लैना है वो तो चला गया भूतकाल दे च, वो तो चला गया भविष्य दे च। मैनू अज पाठ करन दा आनंद नहीं आया, इहदा ये मतलब नहीं अज रब ने फलीभूत नहीं कीता। अज कीता है, पर अज मैं हैगा ही नहीं सी। फल कौन खावे?
ਦਰਖਤਾਂ ਨੂੰ ਜਦ ਫਲ ਲੱਗਦੇ ਨੇ ਤੋੜੇ ਨਾ ਜਾਣ ਪੱਕ ਕੇ ਗਿਰ ਜਾਂਦੇ। ਸਾਡਾ ਕੀਤਾ ਹੋਇਆ ਜਪ ਤਪ ਫਲੀ ਬਹੁਤ ਹੋ ਕੇ ਰੋਜ਼ ਹੀ ਗਿਰ ਜਾਂਦਾ, ਰੋਜ਼। ਇਸ ਨੂੰ ਇਸ ਤਰ੍ਹਾਂ ਲੈਣਾ ਸਾਡੇ ਪੱਲੇ ਨਹੀਂ ਪੈਂਦਾ। ਕਿਉਂ? ਅਸੀਂ ਹੁੰਦੇ ਹੀ ਨਹੀਂ। ਜਿਹਨੇ ਖਾਣਾ ਹੈ ਉਸ ਫਲ ਨੂੰ ਹੁੰਦਾ ਹੀ ਨਹੀਂ। ਉਹ ਕਿੱਥੇ ਚਲਾ ਜਾਂਦਾ ਹੈ? ਉਹ ਭੂਤਕਾਲ ਦੇ ਚਲਾ ਜਾਂਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ ਹੈ, ਉਹ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ। ਮਨ ਭਟਕਦਾ ਹੈ ਕਾਲ ਦੇ 'ਚ। ਮੈਂ ਫਿਰ ਅਰਜ਼ ਕਰਾਂ, ਐਸਾ ਨਹੀਂ ਕਿ ਅੱਜ ਮੈਂ ਕੀਰਤਨ ਕੀਤਾ ਹੈ ਤੇ ਰੱਬ ਨੇ ਉਹਨੂੰ ਫਲ ਨਹੀਂ ਲਾਇਆ। ਅੱਜ ਹੀ ਲਾਏ ਨੇ, ਹੁਣੇ ਹੀ ਲਾਏ। ਉਹਨੇ ਤੇ ਲਾ ਦਿੱਤੇ ਨੇ ਫਲ। ਖਾਣ ਵਾਲਾ ਨਹੀਂ ਸੀ, ਜਿਹਨੇ ਖਾਣਾ ਹੈ ਉਹ ਨਹੀਂ ਹੈ। ਅੱਜ ਮੈਂ ਪਾਠ ਕੀਤਾ ਹੈ, ਇਹਦਾ ਇਹ ਮਤਲਬ ਨਹੀਂ ਗੁਰੂ ਨੇ ਅੱਜ ਫਲ ਨਹੀਂ ਲਾਏ, ਲਾਏ ਨੇ। ਉਸ ਫਲ ਨੂੰ ਖਾਣ ਵਾਲਾ ਨਹੀਂ ਸੀ, ਉਹ ਚਲਾ ਗਿਆ। ਪਰਮਾਤਮਾ ਰੋਜ਼ ਫਲੀ ਬਹੁਤ ਕਰਦਾ ਹੈ, ਫਲ ਰੋਜ਼ ਹੀ ਡਿੱਗ ਜਾਂਦੇ ਨੇ, ਗਿਰ ਜਾਂਦੇ ਨੇ, ਖਾਣ ਵਾਲੇ ਕੋਈ ਨਹੀਂ। ਐਸਾ ਨਹੀਂ ਕਿ ਪਰਮਾਤਮਾ ਕਿਸੇ ਵਕਤ ਉਪਲਬਧ ਹੈ ਤੇ ਕਿਸੇ ਵਕਤ ਨਹੀਂ। ਦੇਖੋ, ਕਿਸੇ ਮਿਨਿਸਟਰ ਨੂੰ, ਗਵਰਨਰ ਨੂੰ ਮਿਲਣ ਵਾਸਤੇ ਜਾਈਏ, ਹਰ ਵਕਤ ਉਪਲਬਧ ਨਹੀਂ ਹੈ, ਹਰ ਵਕਤ ਉਪਲਬਧ ਨਹੀਂ ਹੈ। ਮੈਨੂੰ ਅੰਬ ਚਾਹੀਦੇ ਨੇ ਔਰ ਉਹ ਵੀ ਕਲਮੀ ਦਸ਼ਹਿਰੀ, ਹਰ ਵਕਤ ਉਪਲਬਧ ਨਹੀਂ ਹੈ। ਰੁੱਤ ਦੇ ਮੁਤਾਬਕ, ਮੌਸਮ ਦੇ ਮੁਤਾਬਕ। ਦਰਖਤਾਂ ਦੇ ਫਲ ਹਰ ਵਕਤ ਉਪਲਬਧ ਨਹੀਂ ਨੇ। ਨਾਮ ਬੀਜ ਦਾ ਫਲ ਹਰ ਵਕਤ ਉਪਲਬਧ ਹੈ, ਕਿਉਂਕਿ ਪਰਮਾਤਮਾ ਹਰ ਵਕਤ ਮੌਜੂਦ ਹੈ। ਇਹਨੂੰ ਬੜੀ ਗਹਿਰਾਈ ਨਾਲ ਲੈਣਾ। ਅਗਰ ਮੇਰੇ ਨਾਮ ਜਪਨ ਦਾ ਫਲ ਪਰਮਾਤਮਾ ਮਿਲਣਾ ਹੈ ਤਾਂ ਪਰਮਾਤਮਾ ਤਾਂ ਹਰ ਵਕਤ ਹੈ, ਮੈਂ ਹਰ ਵਕਤ ਨਹੀਂ ਆਉਂਦਾ। ਬਸ ਇੰਨੀ ਗੱਲ ਹੈ। ਖਾਸ ਕਰਕੇ ਮੈਂ ਉਸ ਵਕਤ ਨਹੀਂ ਆਉਂਦਾ ਜਦ ਮੈਂ ਪਾਠ ਕਰ ਰਿਹਾ ਹੁੰਦਾ, ਉਸ ਵਕਤ ਮੈਂ ਨਹੀਂ ਆਉਂਦਾ ਜਦ ਕੀਰਤਨ ਸੁਣ ਰਿਹਾ ਹੁੰਦਾ, ਕੀਰਤਨ ਕਰ ਰਿਹਾ ਹੁੰਦਾ, ਪਾਠ ਕਰ ਰਿਹਾ ਹੁੰਦਾ, ਜਪ ਕਰ ਰਿਹਾ ਹੁੰਦਾ। ਪ੍ਰਭੂ ਤੇ ਉਪਲਬਧ ਹੈ, ਉਹ ਤੇ ਫਲ ਲਾ ਦਿੰਦਾ ਹੈ, ਫਲ ਲੱਗੇ ਹੋਏ ਨੇ। ਐਸਾ ਸਤਿਗੁਰ ਦੀ ਬਾਣੀ ਦਾ ਵਾਕ ਵੀ ਹੈ। ਕਬੀਰ ਤੇ ਬੜੀ ਕੀਮਤੀ ਗੱਲ ਕਰਦੇ ਨੇ। ਕਬੀਰ ਐਸਾ ਬੀਜ ਬੋਏ 12 ਮਾਸ ਫਲਨ। ਇਹ ਨਹੀਂ ਕਿ ਇਹ ਫਲ ਕਿਸੇ ਵਕਤ ਉਪਲਬਧ ਹੋਵੇਗਾ ਰੁੱਤ ਦੇ ਮੁਤਾਬਕ। ਅੰਬ ਮਿਲਣਗੇ ਰੁੱਤ ਦੇ ਮੁਤਾਬਕ, ਆਲੂ ਬੁਖਾਰੇ ਮਿਲਣਗੇ ਰੁੱਤ ਦੇ ਮੁਤਾਬਕ, ਬਿਨਾਂ ਰੁੱਤ ਦੇ ਨਹੀਂ। ਸੰਤਰੇ ਮਿਲਣਗੇ ਰੁੱਤ ਦੇ ਮੁਤਾਬਕ ਨਹੀਂ। ਪਰਮਾਤਮਾ ਹਰ ਵਕਤ ਉਪਲਬਧ ਹੈ, ਹਰ ਜਗ੍ਹਾ ਦੇ ਵਿੱਚ ਉਪਲਬਧ ਹੈ, ਹਰ ਸਮੇਂ ਉਪਲਬਧ ਹੈ। ਇਹ ਫਲ ਹਰ ਵਕਤ ਮੌਜੂਦ ਹੈ, ਪਰ ਜਿਹੜਾ ਬੀਜਦਾ ਹੈ ਉਹ ਬੀਜਣ ਵਾਲਾ ਮੌਜੂਦ ਨਹੀਂ ਹੁੰਦਾ, ਬੀਜਦਿਆਂ ਸਮਿਆਂ ਵੀ ਮੌਜੂਦ ਨਹੀਂ ਹੁੰਦਾ। ਮਨ ਕਬੀਰ ਤਾਂ ਹੀ ਕਹਿੰਦੇ ਨੇ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ। ਟੁਕ ਦਮ, ਇੱਕ ਦਮ ਦੇ ਟਿਕ ਜਾ। ਦੇਖੋ, ਇੱਕ ਦਮ ਦੇ ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਂਦਾ। ਵਾਹਿਗੁਰੂ ਇੱਕੋ ਹੀ ਦਮ ਲੱਗਿਆ ਨਾ, ਟਿਕ ਜਾ ਇੱਥੇ। ਹਾਜ਼ਰ ਹਜ਼ੂਰ ਖੁਦਾ, ਉਹ ਤੇ ਹਾਜ਼ਰ ਨਾਜ਼ਰ ਹੈ, ਉਹ ਤੇ ਹਰ ਵਕਤ ਉਪਲਬਧ ਹੈ। ਧਾਰਮਿਕ ਜਗਤ ਦੇ ਇਹ ਬੜੇ ਕੀਮਤੀ ਬੋਲ ਨੇ। ਤੈਨੂੰ ਪਰਮਾਤਮਾ ਨਹੀਂ ਮਿਲਿਆ, ਰੁੱਤ ਦੀ ਗੱਲ ਨਹੀਂ ਹੈ, ਹਰ ਵਕਤ ਉਪਲਬਧ ਹੈ, ਤੂੰ ਨਹੀਂ ਹੈ। ਇਸ ਵਾਸਤੇ ਧਰਮ ਦੀ ਸਾਰੀ ਸਾਧਨਾ ਇਹ ਹੈ, ਆਪਣੇ ਆਪ ਨੂੰ ਮੌਜੂਦ ਰੱਖਣਾ। ਪਰਮਾਤਮਾ ਤੇ ਮੌਜੂਦ ਹੈ। ਜੈ ਦਿਰ ਦੇਖਾਂ ਤੈਂ ਧਿਰ ਮੌਜੂਦ, ਸਿਦਕ ਕਰ ਸਜਦਾ ਮਨ ਕਰ ਮਕਸੂਦ। ਜੈ ਦਿਰ ਦੇਖਾਂ ਤੈਂ ਧਿਰ ਮੌਜੂਦ। ਭਗਤ ਕਬੀਰ। ਸਿਦਕ ਕਰ ਸਜਦਾ, ਮੱਥਾ ਟੇਕ ਰਿਹਾ ਹੈ,
सिदक नहीं है तेरा, भरोसा नहीं है, फिर इंज समझ लो तू ही मौजूद नहीं है, खुदा ते मौजूद है। सिदक कर सजदा मन कर मकसूद। मकसद जिसने फल प्राप्त करना है ਉਹਨੂੰ ਸਾਹਮਣੇ ਰੱਖ, ਉਹਨੂੰ ਮੌਜੂਦ ਰੱਖ, ਖੁਦਾ ਤੇ ਮੌਜੂਦ ਹੈ। ਦਰਅਸਲ ਕਹਿੰਦੇ ਨੇ ਬਾਰਿਸ਼ ਤੇ ਹਰ ਵਕਤ ਹੋ ਰਹੀ ਹੈ, ਸਾਡੇ ਕੋਲ ਭਾਂਡਾ ਨਹੀਂ ਆਉਂਦਾ, ਬਰਤਨ ਨਹੀਂ ਆਉਂਦਾ, ਪਰਮਾਤਮਾ ਨਹੀਂ ਮਿਲਿਆ। ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਮੌਜੂਦ ਨਹੀਂ ਸੀ, ਉਪਲਬਧ ਨਹੀਂ ਸੀ, ਉਪਲਬਧ ਸੀ, ਮੈਂ ਮੌਜੂਦ ਨਹੀਂ ਸੀ। जिस दिन भी रस ना आवे या नहीं आ रहा, कह देना मौजूद नहीं आते, असी रब ते हुंदा है। ये नहीं कि गुरबाणी च किसी वक्त रस आउंदा है ते किसी वक्त नहीं, प्रभु दे नाम दे च वाहिगुरू दे च किसी वक्त रस आउंदा है ते किसी वक्त नहीं, किसी वक्त वाहिगुरू बेरस हो जाता है, किसी वक्त बाणी बेरस हो जाती। कई कहते ने अज पाठ कीता है रस आ गया, पर गैनी जी कई दफ़ा करते हैं कुछ भी नहीं, तो इसका मतलब किसी वक्त बाणी बेरस हो जाती है, रब दा नाम बेरस हो जाता है। नहीं, रस ते बनिया होंदा, तू होंदा नहीं होता बैनी। तू अपने आप नूं मौजूद नहीं रखदा, खुदा ते मौजूद है, वो ते हर वक्त मौजूद रहिंदा है, तू मौजूद नहीं रहिंदा। और इस तरह संबंध नहीं जुड़ता। टुकदम करारी जो करो, हाजिर हजूर खुदाए, भुल के भी किसी को न पुछना है, पता नहीं रस क्यों नहीं आ रहा। ये गल याद रखना, रस ते बरस रहा है, ऐन मूसलाधार बारिश हो रही है, मैं मौजूद नहीं, इन्नी गल, मैं मौजूद नहीं तो परमात्मा ते इल्ज़ाम आ जाएगा, वो किसी वक्त रस है, किसी वक्त बेरस है। नहीं तो बाणी ते इल्ज़ाम आ जाएगा, किसी वक्त आनंद है, किसी वक्त दुख है, कुछ भी नहीं है। कबीर ऐसा बीज बोए, बाहरें मास फलंत, शीतल छाया गहर फल, पंछी केल करंत। 12 महीने फलीभूत, 12 महीने ही फल लगे ने, तो वाहिगुरु वाहिगुरु जप रहे हैं, उसे वक्त फल। वाहिगुरु 12 महीने मौजूद है, रुत दे मुताबिक नहीं, हर वक्त उपलब्ध है। रस तैनों नहीं आया, तू मौजूद नहीं है। धर्म की सारी साधना है अपने आप नूं मौजूद रख। जे जबान दे उत्ते बाणी है तो हुण कन्नां कोल अपने मन नूं भी मौजूद रख। सुने, मन मौजूद नहीं आउंदा। हुण मैं फिर दोहरावां, मन चला जाता है समय दे विच। समा है तो इक्को ही है, पर मनुख करके समय की वंड हो जाती है। अगर मनुख ना होवे तो ना कोई भूतकाल है, ना कोई भविष्य है, बस समा समा है, वक्त ते है। पर वक्त दे 3 रूप सिर्फ मनुख करके ने। मेरा कुछ गुजरिया होया समय बचपना है, मेरा कुछ भूतकाल है, मेरा कुछ भविष्य है, मेरा कुछ वर्तमान है। मेरे करके समय दे 3 रूप बन गए। हुण ते समा इक्को ही है। हुण दूसरा मैं अर्ज करा, भूतकाल दे च मन चला गया है, प्रभु तो दूर चला गया। भविष्य दे चला गया, दूर चला गया। अगर वर्तमान दे च आया है तो नेड़े, जरा नेड़े आ गया। वर्तमान नेड़े है, तदी भाई गुरदास कहते ने, वर्तमान विच वरतदा होवन हार सोई परवाना। वर्तमान विच मन नूं लियाईए तो भाई साहब भाई गुरदास कहते ने, पहले ये देख लें जो कुछ हो जाए, जो कुछ है वो कबूल कर लें, परवान कर लें। मन भावदा होवे फिर मन नूं कबूल है, मन भावदा नहीं होया फिर कबूल नहीं। होवन हार जो हो गया
ਉਹਨੂੰ ਕਬੂਲ ਕਰ ਲੈ। ਦੁੱਖ ਹੈ, ਸੁੱਖ ਹੈ, ਨਫਾ ਹੈ, ਨੁਕਸਾਨ ਹੈ, ਇੱਜ਼ਤ ਹੈ, ਬੇਇੱਜ਼ਤੀ ਹੈ, ਕਬੂਲ ਕਰ ਲੈ। ਮਨੁੱਖ ਇੱਕ ਨੂੰ ਕਬੂਲ ਕਰਦਾ ਹੈ, ਇੱਕ ਨੂੰ ਨਹੀਂ, ਤਾਂ ਮਨ ਦੁਫਾੜ ਹੋ ਜਾਂਦਾ। ਮਨ ਵਰਤਮਾਨ ਵਿੱਚ ਨਹੀਂ ਹੁੰਦਾ। ਜੋ ਮੈਂ ਚਾਹਿਆ ਸੀ ਉਹ ਅੱਜ ਹੋਇਆ ਨਹੀਂ, ਸ਼ਾਇਦ ਭਵਿਸ਼ ਦੇ 'ਚ ਹੋਵੇ, ਮਨ ਭਵਿਸ਼ ਦੇ ਚਲਾ ਜਾਂਦਾ। ਜੋ ਮੈਂ ਚਾਹੁੰਦਾ ਪਿਆ ਹੁਣ ਤੇ ਕੋਈ ਨਹੀਂ, ਇਹ ਪਹਿਲੇ ਹੈ ਸੀ ਮੇਰੇ ਕੋਲ, ਤਾਂ ਮਨ ਚਲਾ ਜਾਂਦਾ ਹੈ ਭੂਤਕਾਲ ਦੇ 'ਚ। ਜੋ ਮਿਲਿਆ ਸੀ ਤੇ ਚਲਾ ਗਿਆ ਉਹਨੂੰ ਯਾਦ ਕਰਦਾ ਹੈ। ਜੋ ਨਹੀਂ ਮਿਲਿਆ ਮਿਲੇ ਭਵਿਸ਼ ਦੇ ਚਲਾ ਜਾਂਦਾ, ਯਾਦ ਕਰਦਾ। ਯਾਦਾਂ ਦੇ 'ਚ ਭੂਤਕਾਲ, ਭਵਿਸ਼। ਜੋ ਮਿਲਿਆ ਹੋਇਆ ਸੀ ਚਲਾ ਗਿਆ ਉਹਨੂੰ ਯਾਦ ਕਰਦਾ ਹੈ। ਜੋ ਚਾਹੁੰਦੇ ਆ ਮਿਲੇ, ਮਨ ਉਸਦੇ ਚਲਾ ਜਾਂਦਾ, ਉਹਦੀ ਯਾਦਾਂ ਚਲਾ ਜਾਂਦਾ। ਭੂਤਕਾਲ ਦੀਆਂ ਯਾਦਾਂ ਤੇ ਫਿਰ ਭਵਿਸ਼ ਦੀ ਚਿੰਤਾ, ਇਸ ਤਰ੍ਹਾਂ ਭਟਕਣਾ ਬਣੀ ਰਹਿੰਦੀ ਹੈ। ਮਨ ਅਨੇਕਾਂ ਰੂਪ ਅੰਦਰ ਬਦਲਦਾ, ਅਨੇਕਾਂ ਤਰ੍ਹਾਂ ਦੀਆਂ ਭਾਵਕਤਾਵਾਂ, ਤੋ ਚਿਹਰੇ ਦਾ ਰੰਗ ਵੀ ਬਦਲਦਾ ਰਹਿੰਦਾ। ਦੁਸ਼ਮਣ ਦੀ ਯਾਦ ਆ ਗਈ, ਅੱਖਾਂ ਕੁਝ ਹੋਰ, ਚਿਹਰਾ ਕੁਝ ਹੋਰ। ਪੁੱਤਰ ਦੀ ਯਾਦ ਆ ਗਈ ਹੈ, ਚਿਹਰਾ ਕੁਝ ਹੋਰ। ਭਰਾ ਦੀ ਯਾਦ ਆ ਗਈ, ਮਾਂ ਦੀ ਯਾਦ ਆ ਗਈ ਹੈ, ਪਿਤਾ ਦੀ ਯਾਦ ਆ ਗਈ ਹੈ, ਪਤੀ ਦੀ ਯਾਦ ਆ ਗਈ ਹੈ, ਪਤਨੀ ਦੀ ਯਾਦ ਆ ਗਈ ਹੈ। ਚਿਹਰਾ ਬਦਲਦਾ ਹੀ ਰਹਿੰਦਾ, ਬਦਲਦਾ ਹੀ ਰਹਿੰਦਾ। ਐਨੇ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗੰਮੀ ਬਾਣੀ ਜਾਪ ਸਾਹਿਬ ਵਿੱਚ ਫਰਮਾਨ ਕਰਦੇ ਨੇ, ਏਕ ਮੂਰਤ ਅਨੇਕ ਦਰਸ਼ਨ। ਬੜੇ ਦਰਸ਼ਨ ਨੇ ਪ੍ਰਭੂ ਦੇ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। खेल खेल अखेल खेलन अंत को फिर एक। कि इतने रूप क्यों ने? कलगीधर कहते हैं किसी वहम च ना पाना, तमाशा उहदा खेल है। ਇਹ ਰਾਮਲੀਲੇ ਦੇ ਵਿੱਚ ਇੱਕ ਰਾਮ ਬਣ ਗਿਆ, ਐਕਟਰ ਦੂਜਾ ਹੈ ਨਹੀਂ ਸੀ, ਉਹੀ ਰਾਵਣ ਬਣ ਗਿਆ। ਫਿਰ ਉਹੀ ਰਾਵਣ ਬਣ ਗਿਆ। ਉਹਨਾਂ ਕੋਲ ਹੋਰ ਐਕਟਰ ਕੋਈ ਨਹੀਂ ਸੀ, ਉਹੀ ਹਨੂਮਾਨ ਬਣ ਗਿਆ। ਇੱਕੋ ਹੀ ਬੰਦਾ ਹਨੂਮਾਨ ਵੀ ਬਣ ਜਾਂਦਾ ਹੈ, ਰਾਮ ਵੀ ਬਣ ਜਾਂਦਾ ਹੈ, ਰਾਵਣ ਵੀ ਬਣ ਜਾਂਦਾ ਹੈ। ਇਹ ਤੇ ਇੱਕੋ ਹੀ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। खेल खेल अखेल खेलन अंत को फिर एक। जे हनुमान ते राम ते रावण वो जो मुखौटे पहन रखे ने, वो जो लिबास पहन ले, वो एक पासे कर देन, अपना रंग रूप एक पासे कर लें, फिर एक कोई ना हो राम, ना हुण रावण, ना हो हनुमान। बस परमात्मा इस तरह रूप बदलता है। एक मूर्त अनेक दर्शन, कीन रूप अनेक। खेल खेल अखेल खेलन अंत को फिर एक। धर्म दी साधना है अनेकता दे च एक नूं वेखना। जिन्हों दिखाई दे रहा है समझ लो भगत है, अनेकता दे च एक दिखाई देवे तो फिर की करना होंदा है? कहते मन नूं एक कर, मन दुफाड़े तेरा इकागर कर, एक कर। मन एक होंदा नहीं। इस वास्ते हर वक्त अनेकता बनी रहती है। धर्म की साधना है कीर्तन दे राही, वाहिगुरू मंत्र दे राही, बाणी दे पाठ दे राही इनू एक कर। जैसे कोई अपना मन एक कर लेंदा है, अनेकता दे एक दिखाई देन लग पैंदा। ओही राम है, ओही रावण है, ओही हनुमान। जैसे कोई मन अपना एक कर लेंदा है, सारियां किरणां दे च ओही सूरज है, सारियां लहरां दे च ओही सागर है, सारे रूपां दे च ओही अरूप है, ओही अरूप। खेल खेल अखेल खेलन अंत को फिर एक। ये दृष्टि धन गुरु गोबिंद सिंह जी महाराज की बड़ी प्रबल है। एवें नहीं कन्हैया नूं झाड़ पाई सी भी तू अधूरा काम करदा, सिर्फ पानी पिलाना।
ਜਾਂ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਦਿੱਤਾ, ਆਪਣੇ ਕੋਲੋਂ ਦਿੱਤੀ। ਅਧੂਰਾ ਕੰਮ ਕਿਉਂ ਕਰਦਾ? ਅਨੇਕਾਂ ਰੂਪਾਂ ਵਿੱਚ ਉਸੇ ਦੀ ਝਲਕ। ਮਹਾਰਾਜ ਕਹਿੰਦੇ ਨੇ, ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ। ਅਕਾਲ ਉਸਤਤ। हे ਪ੍ਰਭੂ, ਮੈਂ ਦੇਖਦਾ ਕਿਧਰੇ ਤੂੰ ਫੁੱਲ ਬਣ ਕੇ ਮੇਰੇ ਅੱਗੋਂ ਫੁੱਲੇ ਹੈ, ਤੂੰ ਹੀ ਹੈ, ਹੋਰ ਕੋਈ ਨਹੀਂ ਹੈ। ਇੰਨਾ ਕੋਮਲ, इतना सुंदर, इतना सुगंधित। कहूँ फूल होए के भले राग फूले, कहूँ भंवर होए के भली भांत भूले, कहूँ पवन होए के बहे बेग ऐसे, कहे मोह न आवे कथों ताए कैसे। किधरे मैं तेरा बहाव देखदा पिया पवन दे च, हे प्रभु मैं किधरे तेरा ठहराव देखदा पिया पहाड़ां दे च, मैं किधरे तेरा स्वप्न देखदा पिया फुल्लां दे च। एक मूरत अनेक दर्शन। गुरु गोबिंद सिंह जी महाराज की दृष्टि, उन्हां दी दृष्टि मैं तुहाडे सामने सवैयां दे रूप विच रखां। महाराज कहंदे ने, कतहूं सुचेत होए के चेतना को चार कियो, कतहूँ अचिंत होए के सोवत अचेत। किधरे तू बड़ा चेतन सावधान सियाणा, किधरे बिल्कुल अचेत, उक्की अचेत। और मूर्ख नूं देख के नफरत होवेगी ना, ये मूड है। लेकिन जिस दिन दृष्टि एक हो जाती है, मन एक हो जाता है, न को मूर्ख न को सियाणा, वरते सब कुछ तेरा भाणा, ये हो जाता है। कतहूँ सुचेत होए के चेतना को चार कियो, कतहूँ अचिंत होए के सोवत अचेत हो, कतहूँ भिखारी होए के मांगत फिरत भीख, कहूँ महादान होए के मांगे धन देत। प्रभु मैं देखदा पिया किधरे हथ फैला के मंगदा पिया, बड़ा भिखारी। एक दाते एक बेखारी जी, सब तेरे चोज विडाणा। गुरु रामदास। कतूं भिखारी होए के मांगत फिरत भीख, कहूँ महादान होए के मांगे धन देत हो। मंगते च भी जिन्हों प्रभु की झलक मिले, मंगते नाल घिरना करेगा। सब तेरे चोज विडाणा। एक दाते एक बेखारी जी, सब तेरे चोज विडाणा। कतहूँ भिखारी होए के मांगत फिरत भीख, कहूँ महादान होए के मांग्यो धन देत। किधरे तू माड़ा मोटा दानी नहीं, महादानी, बड़ा वड्डा दान पिया करदा। दानी दे च भी किधरे व्यक्ति नूं देखोगे, घृणा भी हो सकती है, नफरत भी हो सकती है, ईर्षा भी हो सकती है, पर उहदे विच भी प्रभु ने देखिए, फिर खेड कुछ होर बनदी। कहूँ महादान होए के मांगे धन दे तो, कहूँ महाराजन को दीजत अनंत दान, कहूँ महाराजन ते छीन छित ले तो। किधरे तू किसे नूं हुक्मरान बना देना, राजा बना देना, फिर किधरे राजपाट सारे दा सारा खो लेना। इनू गुरु तेग बहादुर साहिब जी महाराज इंज फरमान करते हैं, खिन में अवल खिने में अवरा, खिन में रंक राव को करई राव रंक कर डारे, रीते भरे भरे सख नावे, ये तां को व्यवहारे। प्रभु ये तेरा व्यवहार है, धंधा है, खालियां नूं भर देंदा, भरियां नूं खाली कर देंदा, यही कुछ करता रहना। तेरा तमाशा भरदा रहंदा, फिर खाली कर छड़दा, खाली कर देंदा, फिर भर देंदा। ये भरना ते खाली करना, जन्म दे दिता फिर मरण कर देंदा, फिर जन्म दे देंदा, फिर मरण कर देंदा। राजा बना दिता, भिखारी बना दिता, हुण भिखारी है फिर राजा बना दिता है। खिन में रंक राव को करई, बड़े बड़े चोटी दे धनाड़ मैं ना अखां नाल थोड़े ही सालां च देखे ने। पहाड़ां जिन्हां दी हस्ती सी कख होए, मैं तो कख होंदे देखे, कुछ भी नहीं। और इन्हां अखां ने देखिया जो कख सन गलियां दे, पहाड़ां वर्गे।
खिन में रंक राव को करई, राव रंक कर डारे, रीते भरे भरे सख नावे, ये तां को व्यवहारे। मैं कखां नूं पहाड़ होंदा देखिया और मैं पहाड़ां नूं कख होंदा देखिया। इन्हां अखां ने इस तरह दा देखिया। रब्बी कौतक गुरु तेग बहादुर साहब कहंदे ने यही धंधा है उहदा। ये तां को व्यवहार है, ये उहदा धंधा है, रब दा धंधा है, यही कुछ करता रहता है, यही कुछ करता रहता। कहूँ महाराजन को दीजत अनंत दान, कहूँ महाराजन ते छीन छित लेत हो, कहूँ वेद रीत, कहूँ तासिम विपरीत, कहूँ त्रिगुण अतीत, कहूँ सरगुण समेत हो। दूसरा सुनो, कहूँ जछ गंधर्व हो रग, कहूँ विद्याधर, कहूँ भय किन्नर, पिशाच कहूँ प्रेत। किधरे मैं देखदा तू देवतियां दा बड़ा वड्डा संगीतकार है, रागी है, गंधर्व है, जज है, पर किधरे तू किन्नर है, ना पुरुष है ना स्त्री है, किन्नर तू ही है। ना तो उसनों पुरुष बनाया, ना तो उसनों स्त्री बनाया। मनुख दिखाई दे रहा है सारे दा सारा संपूर्ण, पर एक पुरुष जैसा भी नहीं है, स्त्री जैसा भी नहीं, किन्नर है। कहूँ भय किन्नर, पिशाच कहूँ प्रेत। पिशाच भूत प्रेत पिशाच। चंगियां रूहां जो भटकदियां ने उन्हां नूं देवता कहंदे ने, माड़ियां जो भटकदियां ने उन्हां नूं पिशाच भूत प्रेत कहंदे ने। कई कोट भूत प्रेत सूकर मिर्गाच। बदकिस्मती जिस चीज़ का बंदे नूं पता नहीं होंदा ना, उसते भी किंतु परंतु करन लग पैंदा। किसी दे प्रश्न ते मैं कई कोट भूत प्रेत सूकर मिर्गाच 15 दिन बोलता रहा। विदेश की गल है और सारा रिकॉर्ड होया, टीवी ते दिखाते रहे। उत्थे 5-7 डॉक्टर मैनू मिले, कहते गैनी जी ये नाल ते बड़ा वहम फैलेगा। तो मैं क्या फिर पहले गुरु अर्जन देव जी ते इल्ज़ाम ला लो, आख देते हो पैन, मैं तो उसका खुलासा किया, मैं तो उसकी व्याख्या की। कई कोट भूत प्रेत सूकर मिर्गाच। जमीन के उत्ते कोई 6.5 अरब के करीब मनुख ने ना इस वक्त, तो गुस्ताखी माओ 6.5 अरब भूत प्रेत भी मान लो। जमीन के उत्ते इस वक्त 6.5 अरब के करीब मनुख हो गए, इतने देवते भी मान लो। देवतियां दा वासा सतसंग दे च आउंदा है, मंदिरां च आउंदा है, मस्जिदां च आउंदा है, दरगाहां ते आउंदा है, गुरुद्वारियां च आउंदा है। भूतां प्रेतां दा वासा वैश्यालियां च आउंदा है, शराबखानियां च आउंदा है, जुए खानियां च आउंदा है। जितने जुआरी बैठे होंदे ने उतने भूत भी बैठे होंदे। किसे मंदिर दे जितने सतसंगी बैठे होंदे ने उतने देवते भी बैठे होंदे। और मैं वो पुरुष भी देखे ने जिन्हां कोल देव दृष्टि है, देव दृष्टि है, देवतियां नूं देख लैंदे ने। अद की मेरे को नहीं आए, हुण सूरत पहुँच रहे ने ज्ञानी बलविंदर सिंह, कनेडा रहिंदे ने, चंगी भजनी आत्मा। सियाटल की गल है, सियाटल अमेरिका का एक शहर है, जिथे जहाज़ बनते हैं उत्थे ही बनते हैं, मशहूर है वो, इसे करके वो शहर मशहूर है। जंबो बोइंग बहुत वड्डी कंपनी है बोइंग, तो वो जहाज़ तरह तरह के बनाते, दुनिया देखण जाती है। उत्थे एक गुरुद्वारा है, 5-7 ट्रस्टियां ने बनाया, लड़ाई झगड़ियां तो तंग आके थां थां ते वो बनाते सन, कब्जा दूजे कर लेंदे सन विच। तो फिर उन्होंने ट्रस्ट बना के अपने कोलों खर्च करके गुरुद्वारा बनाया। जिस दिन बनया मैनू फोन किया गया, नहीं जी तुसी सानू 1 हफ्ता दे दो किसी तरीके नाल। गए उत्थे, फिर हुण मैं कई सालों तो 1 हफ्ता उत्थे ठहरदा हुन्ना, प्यार करते हैं। वो उन्होंने जिहड़ा गुरुद्वारा बनाया बिल्कुल पहाड़ दे उत्ते, अलग रमड़ीक जगह है। कई दफ़ा मैं 2-3 दिन उंज भी रह जाता हुन्ना उत्थे। मैं उन्होंने नहीं दसदा हुंदा भी मैं इत्थे रहना है, भी अज मैं जा रहा, सारा इंतजाम कर लईदा है,
ਵੀ ਮੈਂ 3-4 दिन ठहर जाना, जगह बड़ी रमरीक। कथा के दौरान एक दिन एक सिंह उठ के आया, ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ ਵਿੱਚ ਬੈਠੇ ਸੀ। ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ 2 ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ? ਬੜੇ ਰੂਹਾਨੀ ਲੱਗਦੇ ਨੇ, ਬੜਾ ਪ੍ਰਤਾਪ ਲੱਗਦਾ ਇਹਨਾਂ ਦਾ। ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਇਕੱਲੇ ਮਸਕੀਨ ਜੀ ਬੈਠੇ ਨੇ। ਕਹਿੰਦੇ ਨਹੀਂ, 2 ਹੋਰ ਪਿੱਛੇ ਬੈਠੇ ਨੇ ਦੀਵਾਰ ਦੇ ਨਾਲ, ਬੜੇ ਲੰਬੇ ਦਾੜੇ। ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ, ਸਟੇਜ ਤੇ ਕੋਈ ਵੀ ਨਹੀਂ। ਖੈਰ ਬਾਅਦ ਵਿੱਚ ਮੈਂ ਗਿਆਨੀ ਬਲਵਿੰਦਰ ਸਿੰਘ ਨੂੰ ਪੁੱਛਿਆ, ਮੈਂ ਕਿ ਸੰਗਤ ਵਿੱਚ ਉਚੇਚਾ ਉੱਠ ਕੇ ਆਇਆ, ਖਲਬਲੀ ਵੀ ਮਚੀ, ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ। ਕਹਿੰਦੇ ਔਖਾ ਹੋ ਕੇ ਤੇ ਜਾਣਾ ਹੀ ਸੀ, ਮੈਂ ਉਹਨੂੰ 4 ਸੁਣਾ ਦਿੱਤੀਆਂ, ਆਪਣੀ ਅੱਖਾਂ ਦਾ ਇਲਾਜ ਕਰਾ। ਮੈਂ ਕਿਹਾ ਨਹੀਂ, ਮੈਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਬਾਰੀਕੀ ਦਿਖਾਈ ਦਿੱਤੀ ਹੈ। ਕਹਿੰਦੇ ਫਿਰ ਸੁਣਨਾ ਚਾਹੁੰਦੇ ਹੋ? ਕਹਿੰਦੇ ਸਟੇਜ ਦੇ ਉੱਤੇ 2 ਬੰਦੇ ਬੈਠੇ ਨੇ। ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ, ਉਹ ਰਹਿੰਦਾ ਵੀ ਸੱਜਣ ਸਿਆਟਲ ਹੈ। ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ, ਸਰਦਾਰ ਹਰਸ਼ਿੰਦਰ ਸਿੰਘ ਹੋਰ 5-4, ਬਈ ਉਹ ਇੰਝ ਕਹਿੰਦਾ। ਦੂਜੇ ਦਿਨ ਵੀ ਕਿਹਾ, ਤੀਜੇ ਦਿਨ ਵੀ ਕਿਹਾ। ਗਿਆਨੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ, ਜਿੱਥੇ ਤੂੰ ਕਹਿੰਦਾ ਨਾ 2 ਬੈਠਦੇ ਨੇ, ਮੈਂ ਉੱਥੇ ਹੀ ਬੈਠਣਾ। ਸਟੇਜ ਇਸ ਤਰ੍ਹਾਂ ਦੀ ਬਣੀ ਹੈ, ਉਹ ਵਿਚਕਾਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਉਂਦਾ, ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ, ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਉੱਥੇ ਗੁਟਕੇ ਪਏ ਨੇ, ਪੋਥੀਆਂ ਪਈਆਂ ਹੁੰਦੀਆਂ ਨੇ, ਕੜਾ ਪ੍ਰਸ਼ਾਦ ਦੀ ਦੇਗ ਰੱਖਦੇ ਨੇ। ਐਨ ਉਸੀ ਜਗ੍ਹਾ ਦੇ ਉੱਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ। ਕਥਾ ਕਰਦੇ ਆ ਮੈਨੂੰ ਅਜੇ 15 ਮਿੰਟ ਹੀ ਹੋਏ, ਬੜੀ ਬੁਰੀ ਤਰ੍ਹਾਂ ਗਿਰ ਗਏ। ਗਿਆਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ, ਜ਼ਾਰੋ ਜ਼ਾਰ ਰੌਣ ਲੱਗ ਪਏ। ਕਹਿੰਦੇ ਕਿ ਗਿਆਨੀ ਜੀ ਬੈਠੇ ਨੇ, ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ, ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ, ਵੀ ਸਾਨੂੰ ਬੈਠਣ ਦੇ, ਸਾਡੀ ਜਗ੍ਹਾ, ਅਸੀਂ ਰੋਜ਼ ਆਉਂਦੇ ਹਾਂ। ਮੈਂ ਕਿਹਾ ਦਿਖਾਈ ਦਿੱਤੇ ਨੇ? ਕਹਿੰਦਾ ਹਾਂ। ਹੋਰ ਤੇ ਨਹੀਂ ਕੁਛ ਆਖਿਆ? ਕਹਿੰਦਾ ਨਹੀਂ। ਮੈਂ ਕਿਹਾ ਦੇਵਤੇ ਨੇ, ਮੁਕਤ ਨਹੀਂ ਹੋਏ। ਦੇਵਤੇ 2 ਤਰ੍ਹਾਂ ਦੇ ਹੁੰਦੇ ਨੇ, ਮੁਕਤ, ਅਮੁਕਤ। ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ, ਇਹ ਉਹ ਨੇ। ਇਹ ਹਿੰਦੂਆਂ 'ਚ ਵੀ ਹੁੰਦੇ ਨੇ, ਮੁਸਲਮਾਨਾਂ 'ਚ ਵੀ ਹੁੰਦੇ ਨੇ, ਸਿੱਖਾਂ 'ਚ ਵੀ ਹੁੰਦੇ ਨੇ। ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸਤੇ ਨਹੀਂ ਕਰਦਾ, ਕਈ ਵਹਿਮੀ ਬੜੇ ਹੁੰਦੇ ਨੇ, ਸਮਝ ਕੱਖ ਨਹੀਂ ਆਉਂਦੀ, ਕਿੰਤੂ ਪਰੰਤੂ ਬਹੁਤ ਕਰਦੇ, ਕਿੰਤੂ ਪਰੰਤੂ ਬਹੁਤ। ਇਹ ਥੋੜ੍ਹੇ ਦਿਨ ਇਹਨਾਂ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ, ਇਹ ਸਾਰੇ ਇੱਕ ਕੌਤਕ ਦੇਖ ਕੇ ਆਏ। ਇੱਕ ਬੀਬੀ ਸਿੱਖ ਘਰਾਣੇ ਦੀ ਹੈ, ਕਿਰਪਾਨ ਪਹਿਨੀ ਹੋਈ, ਅੰਮ੍ਰਿਤਧਾਰੀ। ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੂਹ ਪ੍ਰੇਰਦੀ ਹੈ ਬਈ ਮੈਨੂੰ ਦਰਬਾਰ ਸਾਹਿਬ ਲੈ ਚੱਲ, ਮੱਥਾ ਟੇਕਣਾ, ਤੇਰੇ ਨਾਲ ਜਾਣਾ ਦਰਬਾਰ ਸਾਹਿਬ, ਮੈਂ ਮੱਥਾ ਟੇਕਣਾ। ਪਰ ਉਹ ਮੁਸਲਮਾਨ ਹੈ। ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ। ਪੜ੍ਹੀ ਲਿਖੀ ਕੱਖ ਨਹੀਂ ਆ, ਅਰਬੀ ਪੰਜਾਬੀ ਵੀ ਢੰਗ ਦੀ ਨਹੀਂ ਲਿਖ ਪੜ੍ਹ ਸਕਦੀ। ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਧੇ ਤੇ ਡਰ ਗਏ। ਮੈਂ ਕਿਹਾ ਕਰੋ, ਡਰੋ ਨਾ, ਇਹ ਮੁਸਲਮਾਨ ਰੂਹ ਦੇਵਤਾ ਹੈ, ਫਰਿਸ਼ਤਾ ਹੈ। ਦਰਬਾਰ ਸਾਹਿਬ ਦੇ ਭੂਤ ਪ੍ਰੇਤ ਨਹੀਂ ਜਾ ਸਕਦੇ, ਫਰਿਸ਼ਤੇ ਜਾ ਸਕਦੇ ਨੇ, ਦੇਵਤੇ ਜਾ ਸਕਦੇ। ਮੈਂ ਉਹਨੂੰ ਕਿਹਾ ਤੂੰ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ। ਪਤਾ ਮੈਨੂੰ ਕੀ ਆਖਿਆ? ਮੇਰਾ ਫਜਰ ਦੀ ਨਮਾਜ਼ ਦੇ 'ਚ ਸ਼ੌਕ ਹੈ, ਜ਼ੋਹਰ ਦੀ ਨਮਾਜ਼ ਦੇ 'ਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਹਿੰਦੇ ਮੈਂ ਫਜਰ ਦੀ ਨਮਾਜ਼ ਪੜ੍ਹਦਾ, ਸਾਰਾ ਦਿਨ ਇਹ ਹੀ ਪੜ੍ਹਦਾ ਰਹਿੰਦਾ, ਮੈਂ ਜ਼ੋਹਰ ਦੀ ਇਸ਼ਾ ਦੀ ਨਹੀਂ ਪੜ੍ਹਦਾ। ਅਸੀਂ ਜ਼ਿੰਦਗੀ 'ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਹਾਂ। ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਨੇ, ਆਪਾਂ ਫਜਰ ਨੂੰ ਹੀ ਮੰਨਦੇ। ਮੈਂ ਕਿਹਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ? ਕਹਿੰਦੇ ਇੱਕੋ ਹੀ ਤੇ ਦਰ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ, ਆਨੰਦ ਮਿਲਦਾ। ਤੇ ਮੈਂ ਕਿਹਾ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ? ਕਹਿੰਦਾ ਕੀ ਕਰਾਂ, ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਵੇ, ਕੀ ਕਰਾਂ? ਹਾਂ ਮੈਂ ਮੁਸਲਮਾਨ, ਸੰਸਕਾਰ ਮੇਰੇ 'ਚ ਸਾਰੇ। ਪੜ੍ਹੀ ਹੋਈ ਬਾਣੀ ਨਾਸ ਨਹੀਂ ਆਉਂਦੀ, ਨਾਲ ਜਾਂਦੀ ਹੈ, ਜਿਵੇਂ ਉਹਦੇ ਨਾਲ ਕੁਰਾਨ ਗਈ ਹੋਈ। ਹੁਣ ਤਨ ਤੇ ਕੋਈ ਨਹੀਂ, ਰੂਹ ਹੈ ਨਾ। ਪਸ਼ੂ ਕੋਲ ਤਨ ਹੈ, ਮਨ ਨਹੀਂ ਹੈ।
ਦੇਵਤੇ ਦੇ ਕੋਲ ਮਨ ਹੈ, ਤਨ ਨਹੀਂ ਹੈ। ਮਨ ਦੇ ਸਭ ਕੁਝ ਪਿਆ, ਸਭ ਕੁਝ ਪਿਆ। ਬਾਰ-ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਔਰ ਆਖਿਆ, ਗੈਨੀ ਜੀ, ਚੂੰਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ। ਮੇਰਾ ਜੀ ਕਰਦਾ ਇੱਥੇ ਮੈਂ ਰੋਜ਼ ਆਇਆ ਕਰਾਂ। ਮੈਂ ਕਿਹਾ ਰੋਜ਼ ਆਵਾਂਗੇ। ਨਾਲ ਉਦਾਸ ਦਾ ਉੱਥੇ ਟਿਕਾਣਾ ਹੈ। ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ, ਮੈਂ ਰੋਜ਼ ਆਵਾਂ। ਮੈਂ ਕਿਹਾ ਆ ਜਾਇਆ ਕਰ, ਕੋਈ ਗੱਲ ਨਹੀਂ। ਇੱਕ ਦਿਨ 2 ਸ਼ੀਸ਼ੀਆਂ ਲੈ ਕੇ ਆ ਗਿਆ, ਅਤਰ ਦੀਆਂ, ਸੈਂਡ ਦੀਆਂ, ਪਰਫਿਊਮ। ਕਹਿਣ ਲੱਗੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ, ਐ ਮੇਰੀ ਤਰਫੋਂ ਭੇਟ ਲੈ ਲਓ। ਕਹਿੰਦੇ ਬਾਜ਼ਾਰ ਦੇ ਵਿੱਚ ਬੜਾ ਘੁੰਮਿਆ, ਬੜਾ ਘੁੰਮਿਆ। ਇੱਕ ਦੁਕਾਨ ਬੜੀ ਮੁਸ਼ਕਿਲ ਨਾਲ ਖੁੱਲੀ ਮਿਲੀ, ਭੀੜ ਬੜੀ ਸੀ ਉਹਨਾਂ ਦੀ। ਐ ਮਿਲੀਆਂ ਨੇ, ਲੈ ਲਓ ਤੁਸੀਂ। ਮੈਂ ਕਿਹਾ ਹੋਰ ਵੀ ਆਉਂਦੇ ਨੇ? ਕਹਿੰਦਾ ਬੜਾ ਦਰਬਾਰ ਸਾਹਿਬ ਦੇ ਇੱਥੇ ਹਜ਼ਾਰਾਂ ਆਉਂਦੇ ਨੇ ਰੋਜ਼ ਮੇਰੇ ਜੈਸੇ। ਇੱਥੇ ਆਨੰਦ ਹੈ, ਇੱਥੇ ਰਸ ਹੈ। ਤਾਂ ਔਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ, ਅਰਬਾਂ ਖਰਬਾਂ ਦੇਵਤੇ ਨੇ, ਫਰਿਸ਼ਤੇ ਨੇ। ਪਰ ਸਿਰਫ ਇਤਨਾ ਨਹੀਂ, ਅਰਬਾਂ ਖਰਬਾਂ ਭੂਤ ਵੀ ਹੈਗੇ ਨੇ। ਕਈ ਕੋਟ ਭੂਤ ਪ੍ਰੇਤ ਸੋ ਕਰ ਮਿਰਗਾਰ। ਇਹ ਗੁਰਦੁਆਰਿਆਂ 'ਚ ਨਹੀਂ ਆਉਂਦੇ, ਮੰਦਿਰਾਂ 'ਚ ਨਹੀਂ ਆ ਸਕਦੇ। ਉਹਨਾਂ ਦੇ ਜਿਹੜੇ ਸੰਸਕਾਰ ਨੇ ਇੱਥੇ ਤਾਲਮੇਲ ਨਹੀਂ ਬੈਠਦਾ, ਰੁਕਾਵਟ ਹੈ ਉਹਨਾਂ ਦੀ। ਉਹ ਜਾਣਗੇ ਸ਼ਰਾਬ ਖਾਨਿਆਂ 'ਚ, ਉਹ ਜਾਣਗੇ ਜੂਏ ਖਾਨਿਆਂ 'ਚ, ਉਹ ਜਾਣਗੇ ਵੈਸ਼ਿਆਲਿਆਂ 'ਚ। ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ, ਇੱਥੇ ਨਹੀਂ। ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ। ਦਰਬਾਰ ਸਾਹਿਬ, ਹਜ਼ੂਰ ਸਾਹਿਬ, ਸੀਸਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਨੇ। ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ, ਇਹ ਗੁਰਦੁਆਰਿਆਂ ਮੰਦਿਰਾਂ ਤੋਂ ਬਿਨਾਂ ਹੋਰ ਕਿਧਰੇ ਵੀ ਨਹੀਂ ਜਾਣਗੇ, ਕਿਧਰੇ ਵੀ ਨਹੀਂ ਜਾਣਗੇ। ਗਿਆਨੀ ਬਲਵਿੰਦਰ ਸਿੰਘ ਇੱਥੇ ਸੂਰਤ ਆ ਰਹੇ ਨੇ। ਮੈਨੂੰ ਕਹਿਣ ਲੱਗੇ, ਗਿਆਨੀ ਜੀ, ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ, ਪਰ ਉਹਨਾਂ ਦੀ ਛੂਹ ਨਾਲ ਮੈਨੂੰ ਆਨੰਦ ਬੜਾ ਆਇਆ, ਰਸ ਬੜਾ ਆਇਆ। ਬਜ਼ੁਰਗ ਨੇ 80-85 ਸਾਲ ਦੇ ਨੇ। ਦਾਸ ਨੇ ਕੱਲ ਸੂਰਤ ਜਾਣਾ ਹੈ, ਉਹ ਅੱਜ ਸੂਰਤ ਪਹੁੰਚਣਗੇ। ਫਿਰ ਉਹਨਾਂ ਨੇ ਉਹਨਾਂ ਦੇ ਕੌਤਕ ਦੱਸੇ। ਹੁਣ ਮੇਰਾ ਧਿਆਨ ਤੇ ਸੰਗਤ ਦੀ ਤਰਫ, ਤੇ ਮੈਂ ਕਿਹਾ ਗਿਆਨੀ ਜੀ ਤੁਸੀਂ ਮੇਰੇ ਕੋਲ ਅਰਥ ਸਿੱਖਦੇ ਰਹੇ ਹੋ, ਪੜ੍ਹਦੇ ਰਹੇ ਹੋ, ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ। ਸਾਧਨਾ ਤੁਹਾਡੀ ਸਫਲ ਹੋਈ ਹੈ, ਮਿਹਨਤ ਕੀਤੀ ਹੋਈ। ਇਹ ਅੱਖਾਂ ਦ੍ਰਿਸ਼ ਨੂੰ ਦੇਖਦੀਆਂ ਨੇ, ਯਕੀਨ ਜਾਣੋ ਅਦ੍ਰਿਸ਼ ਨੂੰ ਵੀ ਦੇਖ ਸਕਦੀਆਂ। ਦੋਏ ਦੋਏ ਲੋਚਨ ਭੇਖਾ ਹੋ ਹਰ ਬਿਨ ਅਵਰ ਨਾ ਦੇਖਾ। ਤੋ ਹਰੀ ਤੇ ਨਿਰਾਕਾਰ ਹੈ। ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ ਹਾਂ। ਜਾਂ ਤੇ ਕਹੋ ਕਬੀਰ ਝੂਠ ਬੋਲਦਾ, ਗੁਸਤਾਖੀ ਮਾਓ। ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤਾਂ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਸਹੀ ਕਹਿ ਰਿਹਾ, ਸਹੀ ਕਹਿ ਰਿਹਾ। ਤੇ ਕਬੀਰ ਕੋਲ ਪੁੱਛੀਏ, ਦੇਖ ਰਹੇ ਹੋ ਤੁਸੀਂ, ਇਹਦਾ ਸਬੂਤ? ਤੋ ਕਬੀਰ ਕਹਿੰਦੇ ਨੇ ਜੇ ਸਬੂਤ ਨੂੰ ਵੇਖਣ ਦੀ ਜਾਂਚ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਮੇਰੀ ਅੱਖਾਂ ਹੀ ਵੇਖ ਲਓ। ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਭੂਤਾਂ ਨੂੰ ਵੇਖਦੀਆਂ ਨੇ? ਇਹ ਪਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਨੇ? ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ? ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਂਚ ਹੈ। ਮੈਂ ਹੁਣੇ ਅਰਜ਼ ਕੀਤੀ, ਮਨ ਦੀਆਂ ਭਾਵਨਾਵਾਂ ਚਿਹਰੇ 'ਤੇ ਪ੍ਰਗਟ ਹੁੰਦੀਆਂ ਨੇ, ਅੱਖਾਂ 'ਚ ਪ੍ਰਗਟ ਹੁੰਦੀਆਂ। ਜਿਹਨੂੰ ਰੱਬ ਦਿਖਾਈ ਦਿੰਦਾ ਹੋਵੇਗਾ ਉਹਦੀ ਦ੍ਰਿਸ਼ਟੀ ਵੀ ਰੱਬ ਵਰਗੀ ਹੋਵੇਗੀ, ਜਿਹਨੂੰ ਅੰਮ੍ਰਿਤਮਈ ਦ੍ਰਿਸ਼ਟੀ ਕਹਿੰਦੇ। ਜਿਹਨੂੰ ਪਰਮਾਤਮਾ ਦਿਖਾਈ ਦਿੰਦਾ ਹੈ ਉਹ ਦ੍ਰਿਸ਼ਟੀ ਪਰਮਾਤਮਾਮਈ ਹੈ, ਅੰਮ੍ਰਿਤਮਈ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਮਾਂ ਹੋਣ ਲੱਗਾ, ਕਹੂੰ ਜਚ ਗੰਧਰਵ ਉਰਗ ਕਹੂੰ ਵਿਦਿਆਧਰ, कहूँ है किन्नर पिसाच कहूँ प्रेतो, कहूँ होय के हिंदुआ गायत्री को गुपद जप्यो, कहूँ होय के तुर्का पुकारे बांग देत हो। ਇਹ ਪ੍ਰਭੂ ਕਿਧਰੇ ਤੂੰ ਹਿੰਦੂ ਹੈ, ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਹੈ। ਪਰ ਕਿਧਰੇ ਤੈਨੂੰ ਗੁਫਾ ਵਿੱਚ ਬੈਠਣਾ ਚੰਗਾ ਹੀ ਨਹੀਂ ਲੱਗਿਆ, ਮੁਨਾਰੇ ਤੇ ਚੜ੍ਹ ਕੇ ਬਾਂਗ ਪਿਆ ਦਿੰਦਾ।
कहूँ होय के तुरका पुकारे बांग देत हो। कहूँ कोब काब होए पुराण को पढ़त मत, कतहूँ कुरान को निदान जान लेत हो। किधरे तू पुराणा दा ज्ञाता है, किधरे तू कुरान दा हाफिज है, कंठ है तेनों सुनाई जाना सुनाई जाना। मैं उस बीबी कोल बहुत सारी कुरान सुन ली, मैं हैरान होया। आम हालत दे चो नहीं सुना सकती, वो होंदा ते सुना सकती, वो बैठा हुए तो सुना सकती। उन सिर्फ पंजाबी पढ़ी हुई है, बाकी नहीं कुछ। पता नहीं कितने ने मैनू कहा ज्ञानी जी ये नाल ते वहम बदया। मैं कहा थोड़ा वहम बददा होगा, सच्चाई तो यही है, सच तो यही। सारा संसार जे मनुखां नाल भरिया पिया, सारा संसार देवतियां नाल भी भरिया पिया, सारा संसार भूतां प्रेतां नाल भी भरिया पिया। कबीर कहंदे जद मेरी सुरत रब नाल जुड़ी तो इस कौतक नूं वेखण वास्ते आए ने कौन? सुर नर मुन जन कौतक आए, कोट 33 उजाना, कहो कबीर मोहे ब्याह चले हैं, पुरख एक भगवान। 33 करोड़ देवते मेरा ये आनंद वेखण वास्ते आए ने, सारे आ गए ने। भी एक आत्मा ने परमात्मा नूं प्राप्त कर लिया, खुशी जाहिर पे कर दें। सारे आए ने मैनू मुबारकां देण, वधाइयां देण। हुण जिन्हां कोल दिव दृष्टि होएगी देख लैणगे इन्हां देवतियां दा इकट्ठ कबीर दे कोल। सुर नर मुन जन कौतक आए, कोट 33 उजाना। 33 करोड़ दे 33 करोड़ आए ने, एक दो नहीं है, सारे ही आए ने। कहत कबीर मोहे ब्याह चले हैं, पुरख एक भगवाना। दो गल्लां मैं फिर अर्ज कर दियां। कोई बंदा रोगी होवे, जणा खणा उहनूं दवाई दसन लग पैंदा, भावें वो शरीर शास्त्री होवे भावें ना होवे, ते भावें दवाइयां दा भी कख ज्ञान ना होवे। ऐ लै ला, ऐ लै ला, ऐ लै ला। हुण शरीर च माड़ा मोटा नुक्स ते हुंदा, मैं किसी नूं नहीं दसदा, मैं कि इहने भी दवाई दसनी है, इहने भी कुछ ना कुछ कहना। भावें कख ना आप उस दवाई नाल आप ना ठीक होया होवे, दूजिआं नूं ठीक करदा। धर्म बारे भावें कख ना जाणदा होवे, राय देण नूं तैयार नहीं। जिस चीज़ का पता ना होवे उस चीज़ बारे राय नहीं देनी चाहिए। जिस चीज़ का बोध ना होवे गलत बयानी नहीं करनी चाहिए। धन गुरु गोबिंद सिंह जी महाराज का फरमान ध्यान नाल सुनना। कहूँ जच गंधर्व ओ रग, कहूँ विद्याधर, कहूँ वह किन्नर, पिसाच कहूँ प्रेतो, कहूँ होय के हिंदू आ गायत्री को गुपद जपयो, कहूँ होय के तुरका पुकारे बांग देत हो, कहूँ को बकाब होए पुराण को पढ़त मत, कतहूँ कुरान को निदान जान लेत हो। इतना समदृष्ट अवतारी पुरुष धन गुरु गोबिंद सिंह जी महाराज तो बिना लभना कठिन है। हे प्रभु तू ही कुरान दा हाफिज है, तू ही पुराणा दा ज्ञाता, तू ही गायत्री दे मंत्रां दा जप पिया करदा है, तू ही मुनारे ते चढ़ के बांग पिया देंदा। ऐनी समदृष्टि। कहूँ देवतान के दीवान में विराजमान, कहूँ दानवान को गुमान मत देत। किधरे ते प्रभु तू देवतियां दी महफिल दे च बैठा है, देवते ही देवते। किधरे दानवान, इत्थे दानवान तो मुराद दानी नहीं, दाना। तू दाना, बीना जिहड़ा शब्द आंदा ना, बीना, तू बारीक वेखण वाला है, दाना तू बहुत सियाणा है। तू दरियाओ दाना बीना, ये दाना शब्द फारसी का है, दाना बहुत सियाणा, बहुत सियाणा, बहुत सियाणा। कहूँ दानवान को गुमान मत देत हो। हे प्रभु मैं देखदा किधरे दाना बंदा इतना सियाणा पर हंकारी, बड़ा हंकारी। कुदरती गल है, पढ़ा लिखा सियाणा मनुख हंकारी होंदा ही होंदा। उहदे कोल हंकार वास्ते उसका ज्ञान होंदा है, उसकी जानकारी होंदी है। कहूँ दानवान को गुमान मत देत हो, कहूँ इंद्र राजा को मिलत इंद्र पदवी सी, कहूँ इंद्र पदवी छिपाए छीन लेत हो। किधरे तू सारे इंद्रियां का सुख दे देना है, किसी नूं राजा बना देना है, किधरे सब कुछ खो लेना है, सब कुछ खो लेना है।
कुछ भी नहीं आउंदा उहदे कोल। छिन में रंग राव को करी, इस तरह कर छड़दा है तू। कहूँ इंद्र राजा को मिलित इंद्र पदवी सी, कहूँ इंद्र पदवी छिपाए छीन लेत हो। कतहूँ विचार अविचार को विचारत हो, कहूँ निज नार पर नार के निकेत हो। किधरे तू बड़ा भारी विचारक है, अपनी स्त्री तो बिना तू किसी होर नूं देखदा भी नहीं। किधरे बिल्कुल अविचारक है, हर वक्त पर नार दा चिंतन करदा है, दूसरे दी स्त्री दा। लोक अंदर ठाणी हर वक्त इस तरह ही करदा है, हर वक्त तेरी ये बिरती। देखो धन गुरु गोबिंद सिंह जी महाराज दा बोध किथे किथे तक जांदा है। कहूँ शस्त्रधारी कहूँ विद्या के विचारी, कहूँ मारत आहारी कहूँ नार के निकेत हो। कहूँ देवबानी कहूँ शारदा भवानी, कहूँ मंगला मृणानी कहूँ श्याम कहूँ सेत हो। प्रभु तू निरा देवता नहीं, तू देवी भी है। वख वख देवियां दे रूप विच भी तू विराजमान है। जे पुरुष दे अंदर ब्रह्म ज्ञान पैदा हो जाता है तो स्त्री च भी होंदा है। उस ज्ञान करके उहदा भी दीपक जल जाता है, वो देवी हो जाती है। पुरुष का भी दीपक जल जाता है, वो देवता हो जाता है। महाराज कहते किधरे तू इस तरह देवता ते देवी बनिया होया है, सब तेरे ही रूप ने, सब तेरे ही रूप ने। कहूँ मंगला मृणानी कहूँ श्याम कहूँ सेत। ए प्रभु मैं देखदा किधरे तेरा रंग बिल्कुल सांवरा है ते काला है, पर किधरे तो बिल्कुल चिट्टा है ते गोरा है। धन गुरु गोबिंद सिंह जी महाराज का ऐसा कथन। गोरे जिहड़े सन अफ्रीका दे च राज करदे सन, कालियां नाल नफरत करदे सन, ते जिहड़े काले अफ्रीकन सन वो गोरियां नाल नफरत करदे सन। एक दूजे नूं दूजिਆਂ दे रंग नहीं चंगे लगदे सन। ਇਹ काला है, काले कहंदे सन, ਇਹ गोरे ने चिट्टे ने बरोगी ने। महाराज कहंदे तू ही है। कहूँ श्याम कहूँ सेत, कहूँ जटाधारी कहूँ कंठी धरे ब्रह्मचारी, कहूँ जोग साधी कहूँ साधना करत हो। सन्यासी डंडीधारी सन्यासी, किधरे जटाधारी तू जोगी है। नफरत वासी किधरे जगह ही नहीं रही, इन्नी समदृष्टि। कहूँ जटाधारी कहूँ कंठी धरे ब्रह्मचारी, कहूँ जोग साधी कहूँ साधना करत हो। कहूँ कान फारे कहूँ डंडी होए पधारे, कहूँ फूक फूक पावन को पृथ्वी पे धरत हो। जय नहीं साधो, ऐन जिथे बैठन के जगह साफ करके कोई कीड़ा मकोड़ा ना, और बड़े ध्यान नाल चलणगे पैरां थले कोई कीड़ी ना आ जाए। कहूँ फूक फूक पावन को पृथ्वी पे धरत हो। कतहूँ सिपाही होए के सादत से लाहन को, कहूँ छत्री होए के और मारत हो मरत हो। किधरे सिपाही हैं, सूरवीर हैं, छत्री हैं, मरना मारना ही तू जानना है, सूरवीर है। कहूँ भूम भार को उतारत हो महाराज, कहूँ भाव भूतन की भावना भरत हो। किधरे तू ऐसा उपदेशक है, ब्रह्म ज्ञानी है। ये जो संसार दे भौतिक पदार्थ ने जिन्हां दे दिल दिमाग दे उत्ते छाए ने, तू कड्ढण दा यतन करदा है। ते पर कितना इतना तू भौतिकवादी है, इतना भौतिकवादी है, त्यागी दे मन दे अंदर भी भौतिक पदार्थां दा इतना लोभ पा देना है, वो त्यागी भी जो है भोगी बन जाता है, प्रभावित हो जाता है। कहूँ अकलंक कहूँ मारत मयंक, कहूँ पूरन पर्यंक कहूँ शुद्धता की सार हो। किधरे तेरे ते कोई कलंक नहीं, कोई उंगल नहीं उठा सकता भी तू ऐसा कीता सी या ऐसा बोलिया सी या ऐसी तेरी करनी है। बिल्कुल अकलंक, पर किधरे तू बड़ा कलंकित है। जने खने दी उंगली उठती है, तू यह कीता है, तू यह कीता है, तू यह कीता है, तू यह कीता है। हुण बचेगा कोई नहीं। अकलंकित ते कलंकित सब दे जिसनों एक दिखाई देंदा है, नफरत किहदे नाल करे। कहूँ अकलंक कहूँ मारत मयंक, कहूँ पूरन पर्यंक कहूँ शुद्धता की सार हो। कहूँ देव धर्म कहूँ साधना के हरम, कहूँ कुत्सत को करम,
कहूँ धर्म के प्रकार हो। किधरे तेरे सारे कर्म धर्म दे अनुसार ने, देवता है, पर किधरे तेरे सारे कर्म भेड़ कुत्सत कुकर्म ही करता। एक कर्म भी ठीक नहीं। कुकर्मी ते तरस आवे तो समझ लो बंदा पूरा दयालु है। जिमें मरीज ते तरस आउंदा ना, बहुत रोगी विचारा तड़प रहा है तो उसते तरस आउंदा है। गुनाह कुकर्म की ने, मानसिक रोग ने। हुण ते थोड़े जिहा मनोविग्यानक भी मनते पे ने, कातल डकैत चोर, ये चोर कातल डकैत नहीं ने, मानसिक रोगी ने। इन्हां दा मन ठीक नहीं, मानसिक रोगी ने। जे शरीरक रोगां की निवृत्ति के तरह तरह के साधन लभे गए ने, मानसिक रोग की निवृत्ति का साधन प्रभु का नाम है, सतसंग है। उन्होंने किसी तरीके नाल लेना चाहिए। जे बाल्मीक जैसा बाट पार एक महान ऋषि हो सकता है, मानसिक रोग दूर हो गया, तंदुरुस्त हो गया, उसते भी तरस खाना चाहिए। पर मनुख नफरत करके ਉਹਦੇ रोग ਨੂੰ ਵਧਾ ਦਿੰਦਾ ਹੈ। ਉਸ ਤੋਂ ਪਤਾ ਚੱਲਦਾ ਹੈ ਮਨੁੱਖ ਦਾ ਤਰਸ, ਮਨੁੱਖ ਦੀ ਦਇਆ ਪੂਰਨ ਨਹੀਂ ਹੈ, ਅਧੂਰੀ ਹੈ, ਅਧੂਰੀ ਹੈ। ਹੰਕਾਰ ਦੀ ਗੱਲ ਨਹੀਂ। ਮੇਰੇ ਨਾਲ 20 ਸਾਲ ਇੱਕ ਨੌਜਵਾਨ ਰਿਹਾ, ਭਾਵੇਂ ਅਧਕੜ ਉਮਰ ਦਾ ਹੋ ਗਿਆ ਸੀ, ਸਾਰਿਆਂ ਨੂੰ ਪਰੇਸ਼ਾਨ ਕਰਦਾ ਸੀ ਜਿਤਨੇ ਨਾਲ ਨੇ ਨਾ। ਤੇ ਮੈਨੂੰ ਇਹ ਸਾਰੇ ਕਈ ਦਫਾ ਇਹਨਾਂ ਦੀਆਂ ਗੱਲਾਂ ਮੇਰੇ ਤੱਕ ਪਹੁੰਚ ਜਾਣ ਵੀ ਪਤਾ ਨਹੀਂ ਗਿਆਨੀ ਜੀ ਨੂੰ ਇਹਦੇ ਨਾਲ ਕੀ ਸਵਾਰਥ ਹੈ, ਇੰਨਾ ਭੈੜਾ ਮਨੁੱਖ ਨਾਲ ਹੈ। ਤੇ ਮੈਂ ਕਈ ਦਫਾ ਉਹਨੂੰ ਸਮਝਾਇਆ, ਮੈਂ ਕਿਹਾ ਤੂੰ ਹਰ ਇੱਕ ਨੂੰ ਤੰਗ ਕਰਦਾ, ਤੇਰੇ ਤੋਂ ਸਾਰੇ ਹੀ ਦੁਖੀ ਨੇ। ਹੁਣ ਇੱਕ ਬੰਦਾ ਵੀ ਤੇ ਹੋਵੇ। ਕਲਿਆਣ ਸਿੰਘ ਤੇ ਇੱਕ ਦਿਨ ਰੋ ਪਿਆ, ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਨਾਲ ਚਲੇਗਾ ਤਾਂ ਮੈਂ ਨਾਲ ਨਹੀਂ ਚੱਲਣਾ, ਇਹਨੂੰ ਤੁਸੀਂ ਕਿਵੇਂ ਬਰਦਾਸ਼ਤ ਕੀਤਾ ਹੋਇਆ? ਮੈਂ ਕਿਹਾ ਕਮਾਲ ਦੀ ਗੱਲ ਹੈ। ਮੈਂ ਕਿਹਾ ਇਹ 35-36 ਸਾਲ ਦਾ ਰੱਬ ਇਹਨੂੰ ਬਰਦਾਸ਼ਤ ਕਰੀ ਜਾਂਦਾ, ਉਹ ਇਹਨੂੰ ਜ਼ਮੀਨ ਤੋਂ ਨਹੀਂ ਉਠਾਉਂਦਾ ਤੇ ਹੁਣ ਇਹਨੂੰ ਕਿਵੇਂ ਕੱਢੀਏ? ਉਹ ਤੇ ਇਹਨੂੰ ਬਰਦਾਸ਼ਤ ਕਰੀ ਜਾਂਦਾ। ਇਤਨੀ ਗੱਲ ਆਖਣ ਦੀ ਦੇਰ ਸੀ, ਉਹਨਾਂ ਦੀ ਵੀ ਅੱਖਾਂ ਭਰ ਆਈਆਂ। ਕਹਿੰਦੇ ਨਹੀਂ ਮੈਂ ਨਹੀਂ ਕਹਿਣਾ, ਠੀਕ ਹੈ, ਰਵੇ ਪਿਆ, ਰਵੇ ਪਿਆ। ਆ ਮਨਜੀਤ ਕੌਰ ਜਿਹੜੀ ਤੁਹਾਨੂੰ ਕਥਾ ਸੁਣਾਉਂਦੀ ਹੈ, ਇੱਕ ਦਿਨ ਇਹ ਵੀ ਬਹੁਤ ਦੁਖੀ ਹੋਈ, ਇਤਨੀ ਦੁਖੀ ਹੋਈ ਜੰਮੂ ਮੇਰੇ ਅੱਗੋਂ ਰੋ ਪਈ। ਫਿਰ ਮੈਂ ਉਹਨੂੰ ਕਿਹਾ ਹੁਣ ਮੇਰੀ ਵੀ ਸੀਮਾ ਹੋ ਗਈ ਹੈ, ਚੰਦਨ ਨੂੰ ਬਹੁਤਾ ਰਗੜੀ ਉਹ ਵੀ ਗਰਮ ਹੋ ਜਾਂਦਾ। ਮੈਂ ਕਿ ਤੈਨੂੰ 25 ਸਾਲ ਮੈਂ ਬਰਦਾਸ਼ਤ ਕੀਤਾ ਹੈ, ਮੇਰੀ ਵੀ ਸੀਮਾ, ਮੈਂ ਰੱਬ ਨਹੀਂ ਹਾਂ। ਹੁਣ ਮੈਂ ਤੈਨੂੰ ਹੱਥ ਜੋੜਦਾ, ਬਸ ਮੇਰੀ ਇਤਨੀ ਬਰਦਾਸ਼ਤ ਦੀ ਸੀਮਾ ਸੀ, ਇਸ ਤੋਂ ਜ਼ਿਆਦਾ ਨਹੀਂ। ਹੁਣ ਤੋਂ ਪਹਿਲੇ ਪੁਰਸ਼ਾਂ ਨੂੰ ਤੰਗ ਕਰਦਾ ਸੀ, ਨਾਲ ਦੇ ਰਾਗਿਆਂ ਨੂੰ। ਹੁਣ ਤੇਰੇ ਹੱਥ ਜਾਂ ਤੇਰੀ ਜ਼ਬਾਨ ਕੌੜੀ ਬੀਬੀਆਂ ਤੇ ਵੀ ਉੱਠ ਗਈ ਹੈ, ਹੁਣ ਤੋਂ ਪਈ ਜਾ। ਚਲਾ ਤੇ ਗਿਆ, ਰੋਂਦਾ ਹੋਇਆ ਗਿਆ। ਮੈਨੂੰ ਕਹਿਣ ਲੱਗਾ ਮੈਨੂੰ ਵੀ ਹੈਰਾਨਗੀ ਹੈ, ਤੁਸੀਂ ਅੱਜ ਹੀ ਮੈਨੂੰ ਕੱਢਿਆ, ਪਹਿਲੇ ਕਿਉਂ ਨਹੀਂ ਕੱਢਿਆ? ਮੈਂ ਕਿਹਾ ਕੱਢ ਤੇ ਹੁਣ ਤੈਨੂੰ ਦਿੱਤਾ ਹੈ ਨਾ, ਮੈਨੂੰ ਦੁੱਖ ਵੀ ਹੋ ਰਿਹਾ। ਮੈਂ ਕਿਹਾ ਕੀ ਕਰਾਂ, ਇਹਨੂੰ ਕੱਢਿਆ ਜ਼ਰੂਰ ਹੈ, ਮੈਂ ਹੁਣ ਨਹੀਂ ਰੱਖਾਂਗਾ, ਕਿਉਂਕਿ ਸਾਰੇ ਤੇਰੇ ਕੋਲ ਦੁਖੀ ਨੇ, ਸਾਰੇ ਹੀ ਔਖੇ ਨੇ। ਤੂੰ ਕਲਿਆਣ ਸਿੰਘ ਜੈਸੇ ਦਰਵੇਸ਼ ਬੰਦੇ ਨੂੰ ਵੀ ਰੁਲਾ ਦਿੱਤਾ, ਉਹਨੂੰ ਵੀ ਔਖਾ ਕੀਤਾ, ਉਸ ਨੂੰ ਵੀ ਪਰੇਸ਼ਾਨ ਕੀਤਾ, ਜਦੋਂ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰਦਾ। ਐਸਾ ਸਹਿਨ ਸ਼ਕਤੀ ਵਾਲਾ ਪੁਰਸ਼ ਸਾਰੀ ਜ਼ਿੰਦਗੀ ਜਿਹਨੂੰ ਕੀਰਤਨ ਕਰਦੇ ਆਓਗੇ, ਤੂੰ ਉਹਨੂੰ ਵੀ ਤੰਗ ਕੀਤਾ। ਪਰ ਹੁਣ ਜੋ ਤੂੰ ਸਾਰਿਆਂ ਨੂੰ ਤੰਗ ਕੀਤਾ ਨਾ, ਇਸ ਤੋਂ ਮੈਂ ਤੰਗ ਹਾਂ ਤੇ ਮੈਂ ਤੈਨੂੰ ਹੱਥ ਜੋੜਦਾ, ਹੁਣ ਤੂੰ ਜਾ। ਪ੍ਰਭੂ ਤੇਰੀ ਰਕਸ਼ਾ ਕਰਨ, ਤੈਨੂੰ ਕੋਈ ਸਹੀ ਠਿਕਾਣਾ ਦੇਣ, ਤੈਨੂੰ ਕੋਈ ਜੋ ਹੈ ਸੁਮਤ ਦੇਣ। ਬਾਅਦ ਵਿੱਚ ਮੈਂ ਸੋਚਦਾ ਪਿਆ ਰੱਬ ਨੇ ਤੇ ਅਜੇ ਵੀ ਬਰਦਾਸ਼ਤ ਕੀਤਾ ਹੋਇਆ ਉਹਨੂੰ, ਤੂੰ ਕੁਛ ਵੀ ਨਹੀਂ ਨਿਕਲਿਆ, ਤੂੰ ਕੁਛ ਵੀ ਨਹੀਂ ਨਿਕਲਿਆ। ਇਸ ਤਰ੍ਹਾਂ ਵੀ ਮੈਨੂੰ ਬਾਰ-ਬਾਰ ਖਿਆਲ ਆਇਆ। ਇਹ ਬੀਬੀ ਮਨਜੀਤ ਕੌਰ ਕਹਿਣ ਲੱਗੀ ਤੁਸੀਂ ਫਿਰ ਬੁਲਾ ਲੈਣਾ ਹੈ। ਮੈਂ ਕਿਹਾ ਨਹੀਂ, ਸਾਰੇ ਔਖੇ ਹੁੰਦੇ ਨੇ, ਸਾਰੇ ਦੁਖੀ ਹੁੰਦੇ ਨੇ, ਸਾਰੇ ਬੇਜ਼ਾਰ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰ ਹੈ। ਕਹਿੰਦੇ ਨੇ ਹੇ ਪ੍ਰਭੂ ਕਿਧਰੇ ਤੇਰੇ ਸਾਰੇ ਹੀ ਕਰਮ ਬੈੜੇ ਨੇ, ਕਹੂੰ ਕੁਤਸਤ ਕੁਕਰਮ, ਸਾਰੇ ਕੁਸਤ ਕਰਮ ਨੇ ਤੇਰੇ, ਇੱਕ ਵੀ ਠੀਕ ਨਹੀਂ। कहूँ अकलंक कहूँ मारत मयंक कहूँ पूरन पर्यंक कहूँ शुद्धता की सार हो, कहूँ देव धर्म कहूँ साधना के हरम,
कहूँ कुत्सत कुकर्म कहूँ धर्म के प्रकार। किधरे तेरा सारा कर्म धर्म दे अनुसार है, किधरे तेरे सारे ही कर्म कुकर्म ने। कहूँ धर्म के प्रकार, कहूँ पौनाहारी, कहूँ विद्या के विचारी, कहूँ जोगी जति ब्रह्मचारी नर, कहूँ नार, कहूँ छत्रधारी, कहूँ छाला दरे छैल बारी, कहूँ छकवारी, कहूँ छल के प्रकार हो। एक दो होर भी सुना दें, घड़ी ते मैनू रोकदी पई है, पर एक दो मिनट। सतगुरु की दृष्टि द्वापुर दे चली गई, गुरु गोबिंद सिंह जी। कहूँ गीत के गवैया, कहूँ बेन के बजैया, कहूँ नृत्य के नचैया, कहूँ नर को आकार। ये प्रभु कमाल दी गल है, किधरे बड़ी मधुर तो मुरली वजाना है, बड़ा सुंदर गावना है, बड़े अच्छे ढंग नाल नृत्य कर लेना है, नच लेना है। ये दृष्टि सतगुरां दी चली गई द्वापुर विच। कहूँ गीत के गवैया, कहूँ बेन के बजैया, कहूँ नृत्य के नचैया, कहूँ नर को आकार हो, कहूँ वेद बानी, कहूँ कोक की कहानी, कहूँ राजा कहूँ रानी, कहूँ नार के प्रकार हो, कहूँ बेन के बजैया, बेन मुरली, कहूँ बेन के बजैया, कहूँ धेन के चरैया, कहूँ लाखन लवैया, कहूँ सुंदर कुमार। किधरे हे प्रभु कमाल दी गल है, तू मक्खन चोर है, मक्खन चुरा लेना है। लाखन लवैया, मक्खन खाण वाला और चोरी करदा है। जसोदा दा सक्का पुत्र नहीं सी, मतरेई लड़का सी, तो पालदी सी ना, मां ते उहदी देवकी सी। मक्खन उपर रख लेंदी सी उच्चा, पता सी ये कृष्ण छोटा बालक रूप, इनू मक्खन बहुत चंगा लगता है, बहुत खांदा है, ज्यादा ना खावे, उपर रख लेंदी सी। ये नटखट तबीयत दे ये अवतारी पुरुष दो तीन मुंडियां नू थल्ले एक दूजे दे बिठा के उपर चढ़ जांदे सी। मक्खन छक लेना, बचिया कुचिया तोड़ के परे मारना। सतगुरु उसका भी जिक्र कर देना, किधरे तू मक्खन चुरा लेना, खांदा भी मक्खन है। किधरे गीत गाना है, किधरे मुरली बजाना है, कहूँ बेन के बजैया, किधरे गौआं चारदा, कहूँ बेन के बजैया, कहूँ धेन के चरैया, कहूँ लाखन लवैया, कहूँ सुंदर कुमार हो। शुद्धता की शान हो, के संतन के प्राण हो, के दाता महादान हो, निर्दोखी निरंकार हो। निर्जुर निरूप हो, निर्जुर तू जोड़ नहीं है, जिमें साडा शरीर कईयां दा जोड़ है ना, हवा है, पानी है, अग्नि है, मिट्टी है, आकाश है, सारिਆਂ दे जोड़ नाल तन बनया ना। निर्जुर तू जोड़ नहीं है, अजोड़ है, निर्जुर तू कई चीज़ां दे जोड़ नाल नहीं बनया, तू जुड़िया होया नहीं है। असी जुड़े होया, एक तत्त भी बिखर जाए तो असी नहीं हो सकते। हवा ही ना रहे तो गए, अंदर गर्मी ठंडी हो जाए तो कह देंगे हाथ पैर ठंडे हो गए, एक अग ही ना रहे तो गए। असी जोड़ हाँ, इन्हां पंज तत्तां दा होर तरह तरह के साजो समान दा असी जोड़ हाँ। कलगीधर पातशाह कहते निर्जुर निरूप तू जोड़ नहीं है, कई चीज़ां दा तू जोड़ नहीं, तू अपने आप दे पूर्ण है। निर्जुर निरूप हो के सुंदर स्वरूप हो, के भूपन के भूप हो, के दाता महादान हो, प्राण के बचैया, दूध पूत के देवैया, रोग सोग के मिटैया, किदो मानी महामान हो। विद्या के विचार हो, के अदवे अविकार हो, कि सिद्धता की सूरत हो, के शुद्धता की शान हो। जो बन के जाल हो, कितने इतना खूबसूरत हैं, हर एक नू अपनी खूबसूरती च फसा के रख छड़दा, निरा ही जाल बनया है तू। जो बन के जाल हो, के काल हो, के काल हो, किधरे तू बड़ा भयंकर डरावना, जने खने नू ते तो डर लगदा है, इन्ना भयंकर काल दा रूप। ते किधरे इतना सोना तेरी सुंदरता सारियां नू फसा के रख देंदी है, जाल बन जाती है। जो बन के जाल हो, के काल हो, के काल हो, के सत्रन को सूल हो, के मित्रन के प्राण हो। कहूँ ब्रह्मवाद, कहूँ विद्या को बिखाद। किधरे ते तू ब्रह्म का चिंतन करदा है, ब्रह्म विचार करदा है, पर किधरे पढ़ लिख के विद्या हासिल करके वाद विवाद करदा है, लड़ाई झगड़े पिया करदा है, निकम्मे पैस मुबासे च पै जांदा है।
कहूँ ब्रह्मवाद, कहूँ विद्या को विघाद, कहूँ नाद को नानाद, कहूँ पूरन भगत हो, कहूँ वेद रीत, कहूँ विद्या की प्रतीत, कहूँ नीत ओ अनीत, कहूँ ज्वाला सी जगत हो, पूरन प्रताप कहूँ एकांती को जाप कहूँ, ताप को अताप कहूँ जोग ते डिगत हो, कहूँ बर देत, कहूँ छल स्यों छिनाए लेत, सर्व काल सर्व ठौर एक से लगत। हर समय हर जगह हर रूप दे च ए प्रभु तू मैनू एक दिखाई दे, एक दिखाई दे। धन गुरु गोबिंद सिंह जी महाराज दे अनंत सवैये। कहूँ ब्रह्मवाद, कहूँ विद्या को विखाद, कहूँ नाद को नानाद, कहूँ पूरन भगत, कहूँ वेद रीत, कहूँ विद्या की प्रतीत, कहूँ नीत ओ अनीत। किधरे तेरा सारा जीवन नैतिकता दे च है, किधरे बिल्कुल अनीति है। एक कर्म भी तेरा नैतिकता ते नहीं खड़ेगा, सब कुछ अनर्थ है। कहूँ ब्रह्मवाद, कहूँ विद्या को विखाद, कहूँ नाद को नानाद, कहूँ पूरन भगत हो, कहूँ वेद रीत, कहूँ विद्या की प्रतीत, कहूँ नीत ओ अनीत, कहूँ ज्वाला सी जगत हो, पूरन प्रताप कहूँ एकांती को जाप कहूँ, ताप को अताप कहूँ जोग ते डिगत हो। किधरे बड़ा भारी जपीश्वर हैं, तपीश्वर हैं, जोगी हैं, ते किधरे तेरा जोग सारे दा सारा भ्रष्ट हो जाता है, गिर जाता है तपीश्वर गिरावट च आ जाता है बड़ा जोगी भ्रष्ट हो जाता है। कहूँ जोग ते डिगत हो, कहूँ बर देत, कहूँ छल स्यों छिनाए लेत। किधरे तरह तरह दे वर दे के साजो समान दे के अगले नू माला माल कर लेना है, ते अगला माला माल हो के इतना फस जाता है, उहदे च रुझ जाता है, फिर तू सब कुछ उहदे कोल खो लेंदा है, उहदे कोल सब कुछ ले लेंदा है। कहूँ बर देत, कहूँ छल स्यों छिनाए लेत, सर्व काल सर्व ठौर एक से लगत हो। हे प्रभु हर समय और हर जगह तू मैनू इको ही दिखाई देना, हर जगह हर समय हर रूप दे च तू मैनू एक दिखाई देना। एक मूरत अनेक दर्शन, कीन रूप अनेक, खेल खेल अखेल खेलन, अंत को फिर एक। हे प्रभु इन्हां अनेकां रूपां तू हर वक्त मैनू एक दिखाई देना। मैनू सारी लहरां दे सागर ही दिखाई देंदा है, मैनू सारी किरणां दे सूरज ही दिखाई देंदा है, मैनू सारे रूपां चों ओ अरूप परिपूर्ण परमात्मा दिखाई देंदा है। धन गुरु गोबिंद सिंह जी महाराज दी ये गम्मी बाणी, अगे बहुत सारे सवैये ने, अनंत बाणी अकाल उस्तत दी बहुत लंबी चौड़ी बाणी, जिन्हों पढ़ पढ़ के बंदा बिस्माद हो जाता है भी चलांदे ते तीर कमान तलवार, इतनी समदृष्टि, इतनी ब्रह्म दृष्टि, इतना ब्रह्म ज्ञान, इतना आनंद दा सोमा अंदरों फुटिया, इतना ज्ञान दा सागर अंदरों फुटिया। धन गुरु गोबिंद सिंह जी महाराज दे दिहाड़ा नेड़े आया, उन्हां दा पुरब नेड़े आ रहा है। धन गुरु गोबिंद सिंह जी महाराज महरामत करन, बख्शिश करन, जीवन दा अंत होवे, ये सारा ज्ञान, ये सारा रस, ये सारे रूपां च वो सानू अरूप दिखाई देवे, ताकि संसार ते आया सफल हो जाए। काफ़ी समा हो गया, कोशिश तो मैं करदा सी छोड़ा छोड़ा, फिर अकाल उस्तत ही मैनू खिंची गई भी नहीं, ऐ सवैया भी ऐ सवैया। सतगुर दी बाणी बड़ी मिठी, बड़ी मधुर, बड़ी आनंदपूर्वक सी। साहिब रहमत करन अज शाम की हाज़री ते कल सवेरे की हाज़री भर के आप तो छुट्टियां लवांगे। सारियां दा धन्यवाद। वाहिगुरू जी का खालसा, वाहिगुरू जी।